खालसा वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਜੋ ਅਰਦਾਸ ਦੀ ਜੋ ਸ਼ਬਦਾਵਲੀ ਸਿੱਖ ਰਿਆਤ ਮਰਿਆਦਾ ਦੇ ਵਿੱਚ ਦਿੱਤੀ ਗਈ ਹੈ ਉਸ ਦੀ ਲੜੀਵਾਰ ਵਿਆਖਿਆ ਕਰਦੇ ਆ ਰਹੇ ਹਨ। ਅੱਜ ਉਸ ਦਾ ਅਖੀਰਲਾ ਭਾਗ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਵਿਚਾਰ ਕਰਕੇ ਦੀ ਸਮਾਪਤੀ ਕਰਾਂਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਰਦਾਸ ਜੋ ਪੰਥ ਪ੍ਰਵਾਨ ਸਿੱਖ ਰਾਜ ਮਰਿਆਦਾ ਵਿੱਚ ਜਿਸ ਦੀ ਸ਼ਬਦਾਵਲੀ ਦੀ ਵਿਚਾਰ ਅਸੀਂ ਲੜੀਵਾਰ ਕਰ ਰਹੇ ਹਾਂ। ਅੱਜ ਅਸੀਂ ਆਖਰੀ ਪੰਕਤੀਆਂ ਅਰਦਾਸ ਦੀਆਂ ਆਖਰੀ ਪੰਕਤੀ ਦੀ ਵਿਚਾਰ ਕਰਾਂਗੇ। ਤੇਰੇ ਭਾਣੇ ਸਰਬੱਤ ਦਾ ਭਲਾ। ਪਿਛਲੇ ਹਫ਼ਤੇ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਦੀ ਵਿਚਾਰ ਕਰ ਚੁੱਕੇ ਹਾਂ। ਚੜ੍ਹਦੀ ਕਲਾ ਨਾਮ ਦੇ ਨਾਲ ਸੰਬੰਧ ਰੱਖਦੀ ਹੈ, ਸਰਬੱਤ ਦਾ ਭਲਾ ਵੀ ਨਾਮ ਦੇ ਨਾਲ ਸੰਬੰਧ ਰੱਖਦਾ ਹੈ। ਹੁਣ ਆਖਰੀ ਪੰਕਤੀ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਕਮਾਲ ਦੀ ਸ਼ਬਦਾਵਲੀ ਲਿਖੀ ਅਰਦਾਸ ਬਣਾਉਣ ਵਾਲਿਆਂ ਨੇ ਵੀ। ਕਹਿੰਦੇ ਹਨ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਹੋਵੇ, ਪਰ ਸਰਬੱਤ ਦਾ ਭਲਾ ਤੇਰੀ ਰਜ਼ਾ ਤੋਂ ਬਾਹਰ ਨਿਕਲ ਕੇ ਨਹੀਂ। ਤੇਰੇ ਭਾਣੇ ਜਿਹੜਾ ਪਹਿਲੇ ਲਫ਼ਜ਼ਾਂ ਨਾਲ ਬੜੇ ਮਹਿਣੇ ਰੱਖਦੇ ਹਾਂ। ਹੇ ਸਤਿਗੁਰੂ, ਹੇ ਸਾਈਂ, ਹੇ ਦਿਆਲੂ, ਹੇ ਕਿਰਪਾਲੂ, ਮਿਹਰ ਕਰੀ, ਤੂੰ ਸਰਬੱਤ ਦਾ ਭਲਾ ਕਰੀ। ਰਹਿਮਤਾਂ ਦੇ ਮਾਲਕਾ, ਸਾਰਿਆਂ ਨੂੰ ਆਪਣੇ ਭਾਣੇ ਵਿੱਚ ਵੀ ਰੱਖੀ। ਦੋ ਚੀਜ਼ਾਂ ਇੱਥੋਂ ਸਾਹਮਣੇ ਆ ਗਈਆਂ, ਇੱਕ ਭਾਣਾ, ਇੱਕ ਸਰਬੱਤ ਦਾ ਭਲਾ। ਭਾਣਾ ਵਿੱਚ ਮੰਨਣ ਵਾਲਾ ਹੀ ਅਸਲ ਵਿੱਚ ਸਰਬੱਤ ਦਾ ਭਲਾ ਮੰਗ ਸਕਦਾ ਹੈ। ਭਾਣੇ ਦੇ ਵਿੱਚ ਰਹਿਣ ਵਾਲਾ, ਭਾਣੇ ਵਿੱਚ ਚੱਲਣ ਵਾਲਾ, ਜਿਸ ਅੰਦਰ ਪਰਮੇਸ਼ਰ ਦੀ ਯਾਦ ਹੈ। ਨਾਨਕ ਨਾਮ ਚੜ੍ਹਦੀ ਕਲਾ, ਨਾਮ ਜਿਹਦੇ ਅੰਦਰ ਹੈ, ਜਿਹਦੇ ਅੰਦਰ ਯਾਦ ਹੈ, ਅਸਲ ਵਿੱਚ ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਕੋਈ ਸ਼ਕਲ, ਕੋਈ ਆਕਾਰ ਨਹੀਂ। ਬ੍ਰਹਮ ਗਿਆਨੀ ਉਹ ਹੈ ਜਿਹੜੇ ਰੰਗ ਰਤੜੇ ਹਨ ਪਰਮੇਸ਼ਰ ਦੇ ਪਿਆਰੇ, ਜੋ ਪਰਮੇਸ਼ਰ ਵਿੱਚ ਰੰਗੇ ਹੋਏ ਹਨ। ਉਹਨਾਂ ਰੰਗ ਰੰਗੀਆਂ ਰੂਹਾਂ ਦੇ ਵਿੱਚੋਂ ਜਦੋਂ ਆਵਾਜ਼ ਨਿਕਲਦੀ ਹੈ, ਉਹ ਸਰਬੱਤ ਦੇ ਭਲੇ ਵਾਲੀ ਨਿਕਲਦੀ ਹੈ। ਇਹ ਰੰਗ ਰੱਤੇ ਕਦੇ ਕਿਸੇ ਦਾ ਬੁਰਾ ਨਹੀਂ ਚਿਤਰਦੇ। ਭਾਣਾ ਮੰਨਣ ਦਾ ਤਰੀਕਾ ਵੀ ਇਹੋ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਨੂੰ ਅਸੀਂ ਵੇਖਦੇ ਹਾਂ। ਉਹਨਾਂ ਨੇ ਭਾਣਾ ਮੰਨਣ ਦੀ ਗੱਲ ਸਾਨੂੰ ਸਮਝਾ ਦਿੱਤੀ। ਤੇਰੇ ਭਾਣੇ ਦੀ ਗੱਲ ਉਹਨਾਂ ਸਮਝਾਈ। ਕੇਵਲ ਉਹਨਾਂ ਨੇ ਨਹੀਂ ਸਮਝਾਈ, ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਅਸੀਂ ਜਪ ਦੀ ਬਾਣੀ ਪੜ੍ਹਦੇ ਹਾਂ ਤਾਂ ਜਪ ਦੀ ਬਾਣੀ 'ਚ ਵੀ ਇਹ ਗੱਲ ਸਮਝਾਈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਬਸ ਜੇ ਅਸੀਂ ਭਾਣੇ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਮਜਬੂਰੀ ਆ, ਮੁਸੀਬਤ ਆ ਗਈ ਜਾਂ ਕੋਈ ਹੋਰ ਸਿਰ ਤੇ ਆ ਪਈ ਤੇ ਅਸੀਂ ਹੁਣ ਕੋਈ ਹੋਰ ਚਾਰਾ ਨਾ ਚੱਲਿਆ ਤੇ ਕਹਤਾ ਬਸ ਜੀ ਰੱਬ ਦਾ ਭਾਣਾ ਸੀ। ਨਹੀਂ, ਭਾਣੇ ਦਾ ਮਤਲਬ ਇਸ ਤੋਂ ਬਹੁਤ ਉੱਪਰ ਹੈ। ਆਪਣੇ ਆਪ ਦੀ ਤਿਆਰੀ ਕਰਨੀ ਪੈਂਦੀ ਹੈ। ਜਦੋਂ ਮੁਸੀਬਤ ਵਿੱਚ ਅੰਦਰ ਦਾ ਖੇੜਾ ਖਤਮ ਨਾ ਹੋਵੇ,
ਜਦੋਂ ਮੁਸੀਬਤ ਵਿੱਚ ਅੰਦਰ ਦਾ ਵਿਗਾਸ ਖਤਮ ਨਾ ਹੋਵੇ, ਨਾਨਕ ਭਗਤਾਂ ਸਦਾ ਵਿਗਾਸ, ਉਹ ਅਵਸਥਾ ਬਣੀ ਰਵੇ। ਜਦੋਂ ਮੁਸੀਬਤ ਵਿੱਚ ਸ਼ੁਕਰਾਨਾ ਨਿਕਲੇ, ਜਦੋਂ ਮੁਸ਼ਕਲ ਸਮੇਂ ਵਿੱਚ ਵੀ ਪਰਮਾਤਮਾ ਦੇ ਧੰਨਵਾਦੀ ਬਣ ਕੇ ਜ਼ਿੰਦਗੀ ਜੀਵੀ ਜਾਵੇ, ਰੱਬ ਦੇ ਸ਼ੁਕਰ ਵਿੱਚ ਜੁੜਿਆ ਜਾਵੇ, ਤੇ ਉਦੋਂ ਇਹ ਗੱਲ ਕਹੀ ਜਾਏ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਹੈ ਭਾਣੇ ਮੰਨਣ ਦੀ ਗੱਲ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੋਰ ਜਗ੍ਹਾ ਦੇ ਉੱਤੇ ਵੀ ਇੱਕ ਕਮਾਲ ਦਾ ਉਦਾਹਰਨ ਦਿੱਤੀ ਬਾਬਾ ਫਰੀਦ ਜੀ ਨੇ। ਉਹਨਾਂ ਦੀ ਬਾਣੀ ਵਿੱਚ ਵੀ ਆਉਂਦਾ ਹੈ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਦੀ ਲਾਹੇ ਭਰਾਂਦ। ਇਹਨੂੰ ਇੱਕ ਕਰਕੇ ਜਾਂ ਦਿਲ ਦਾ ਭੁਲੇਖਾ ਭਰਮ ਦੂਰ ਕਰ ਦੇ। ਦੁੱਖ ਸੁੱਖ ਨੂੰ ਸਮ ਕਰਕੇ ਜਾਣਨਾ ਭਾਣਾ ਹੈ। ਦੁੱਖ ਸੁੱਖ ਪਾ ਜਾਣਾ ਹੀ ਭਾਣਾ ਹੈ। ਸੁੱਖ ਪਾ ਜਾਣ, ਦੁੱਖ ਚੰਗੇ ਨਾ ਲੱਗਣ, ਇਹ ਭਾਣਾ ਨਹੀਂ ਹੁੰਦਾ। ਭਾਣਾ ਤਾਂ ਉਹ ਹੈ ਜੋ ਤੱਤੀ ਤਵੀ ਤੇ ਬੈਠ ਕੇ ਵੀ ਇਹੋ ਹੀ ਗੱਲ ਕਹਿੰਦਾ ਹੈ, ਜੋ ਤੱਤੀ ਤਵੀ ਤੇ ਬੈਠ ਕੇ ਇਹੋ ਆਵਾਜ਼ ਦਿੰਦਾ ਹੈ, ਤੇਰਾ ਕੀਆ ਮਿੱਠਾ ਲੱਗੇ। ਭਾਣਾ ਉਹ ਹੈ। ਭਾਣਾ ਉਹ ਨਹੀਂ ਜੋ ਕਿਸੇ ਮਜਬੂਰੀ ਵਿੱਚ ਜਦੋਂ ਸਾਡਾ ਚਾਰਾ ਨਾ ਚੱਲੇ ਕਹੀਏ ਲੋ ਜੀ ਬਸ ਸੁਣ ਕੀ ਰੱਬ ਦਾ ਭਾਣਾ ਸੀ, ਹੋ ਗਿਆ ਜੀ, ਹੋ ਗਿਆ ਨਹੀਂ। ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਤੋਂ ਪਹਿਲਾਂ ਭਾਣਾ ਮੰਨਣ ਦੀ ਗੱਲ ਕੀਤੀ ਗਈ ਹੈ। ਦੁੱਖ ਸੁੱਖ ਨੂੰ ਬਰਾਬਰ ਮੰਨਣ ਦੀ ਗੱਲ ਕੀਤੀ ਗਈ ਹੈ। ਅਸੀਂ ਤਾਂ ਕਈ ਵਾਰ ਗੁਰੂ ਦੇ ਕੋਲ ਬੈਠ ਕੇ ਵੀ ਬਰਾਬਰ ਮੰਨਣ ਦੀ ਗੱਲ ਤਾਂ ਕੀ, ਈਰਖਾ ਤੇ ਦਵੈਖ ਦੀਆਂ ਗੱਲਾਂ ਕਰ ਜਾਂਦੇ ਹਾਂ। ਸੱਚ ਦਾ ਸਰਬੱਤ ਦਾ ਭਲਾ ਕਿੱਥੋਂ ਮੰਗਣ ਜੋਗੇ ਹਾਂ, ਜਦੋਂ ਸਾਡਾ ਅੰਦਰਲਾ ਆਪਣਾ ਹੀ ਭਲਾ ਨਹੀਂ ਹੋ ਰਿਹਾ। ਜਦ ਤੱਕ ਅਸੀਂ ਦੁੱਖ ਸੁੱਖ ਨੂੰ ਬਰਾਬਰ ਕਰਨ ਦੀ ਤਾਕਤ ਅੰਦਰ ਪੈਦਾ ਨਹੀਂ ਕਰਦੇ, ਸਮਝਣਾ ਅੰਦਰ ਦਾ ਭਲਾ ਨਹੀਂ ਹੋ ਰਿਹਾ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾਹ ਭਾਵੇ ਸੋ ਭਲਾ, ਤਾਂ ਲੱਭੀ ਦਰਬਾਰ। ਇਹ ਅਵਸਥਾ ਦੇ ਵਿੱਚ ਜਾਣਾ ਪੈਣਾ ਤੇਰੇ ਭਾਣੇ ਦੀ ਗੱਲ ਕਰਕੇ। ਸਾਈਂ ਦਾ ਘਰ ਤਾਂ ਲੱਭੇਗਾ, ਮੇਰੇ ਮਾਲਕ ਦਾ ਘਰ ਤਾਂ ਲੱਭੇਗਾ ਜਿਸ ਉਹਦੀ ਯਾਦ ਵਿੱਚ ਜੁੜੇ, ਚੜ੍ਹਦੀ ਕਲਾ ਹੋਵੇ। ਨਾਨਕ ਨਾਮ ਚ ਉਹ ਹੋਣੀ ਹੈ, ਨਾਮ ਨਾਲ, ਉਹਦੀ ਹੋਣੀ ਯਾਦ ਨਾਲ, ਚੜ੍ਹਦੀ ਕਲਾ। ਦੇਖੋ ਦੋਨੇ ਰਿਲੇਟਡ ਪੰਕਤੀਆਂ ਹਨ, ਇਸ ਕਰਕੇ ਬਾਰ-ਬਾਰ ਇਹ ਚੀਜ਼ਾਂ ਦੁਹਰਾਈਆਂ ਜਾਣਗੀਆਂ। ਭਾਣਾ ਮੰਨਣ ਦੀ ਜਾਤ ਚੜ੍ਹਦੀ ਕਲਾ ਵਿੱਚੋਂ ਆਏਗੀ, ਚੜ੍ਹਦੀ ਕਲਾ ਹੋਏਗੀ ਤੇ ਭਾਣਾ ਮੰਨਿਆ ਜਾਏਗਾ। ਜੇ ਭਾਣਾ ਮੰਨਿਆ ਜਾਏਗਾ ਤਾਂ ਸਰਬੱਤ ਦਾ ਭਲੇ ਦੀ ਗੱਲ ਕੀਤੀ ਜਾਏਗੀ। ਕੇਵਲ ਸਰਬੱਤ ਦਾ ਭਲਾ ਲਫ਼ਜ਼ੀ ਜ਼ਮਾਨਾ ਬੋਲ ਕੇ ਸਵੇਰੇ ਸ਼ਾਮ ਅਰਦਾਸ ਕਰਕੇ ਨਹੀਂ ਹੋ ਜਾਣਾ। ਇਹਦੇ ਲਈ ਸਾਨੂੰ ਜੂਝਣਾ ਪਏਗਾ, ਤਿਆਰੀ ਕਰਨੀ ਪਏਗੀ, ਅੰਦਰ ਦਾ ਯੁੱਧ ਕਰਨਾ ਪਏਗਾ, ਅੰਦਰ ਨਾਮ ਦੇ ਨਾਲ ਚੜ੍ਹਦੀ ਕਲਾ ਲਿਆਉਣਾ ਪਵੇਗਾ। ਫਿਰ ਭਾੜੇ ਵਿੱਚ ਚੱਲਣ ਦੀ ਜਾਚ ਸਿੱਖਣੀ ਪਏਗੀ। ਫਿਰ ਕੁਛ ਹੱਥੋਂ ਦੇ ਕੇ ਭਲਾ ਮਨਾਉਣ ਦੀ ਗੱਲ ਕਰਾਂਗੇ ਤਾਂ ਸਰਬੱਤ ਦੇ ਭਲੇ ਦੀ ਜਾਚ ਆ ਸਕਦੀ ਹੈ। ਸਿੱਖੀ ਅਸਲ ਵਿੱਚ ਹੈ ਹੀ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਣ ਦੀ ਹੈ। ਜਿਨ੍ਹਾਂ ਨੂੰ ਭਾਣਾ ਮੰਨਣ ਦੀ ਜਾਚ ਆ ਜਾਏ, ਉਹ ਇਕੱਲਾ ਫਿਰ ਆਪਣਾ ਭਲਾ ਨਹੀਂ ਮੰਗਦਾ, ਉਹ ਫਿਰ ਸਰਬੱਤ ਦਾ ਭਲਾ ਮੰਗਦਾ ਹੈ। ਬੜੀ ਸੋਹਣੀ ਇੱਕ ਉਦਾਹਰਨ ਭਾਣੇ ਸੰਬੰਧੀ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਦਿੱਤੀ। ਇੱਕ ਦਰਿਆ ਦੀ ਗੱਲ ਕੀਤੀ। ਕਹਿੰਦੇ ਕਿ ਦਰਿਆ ਵਗਿਆ, ਹੜ੍ਹ ਆਇਆ, ਦਰਿਆ ਦੇ ਪਾਣੀਆਂ ਨੇ ਕਿਨਾਰਿਆਂ ਨੂੰ ਤੋੜਿਆ। ਕਿਨਾਰਿਆਂ ਨੂੰ ਤੋੜ ਕੇ ਪਾਣੀ ਰੁੱਖਾਂ ਨੂੰ ਢਾਉਂਦਾ ਹੋਇਆ ਪਿੰਡ ਵੱਲ ਨੂੰ ਤੁਰ ਪਿਆ। ਉਸਨੇ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਨੂੰ ਤਬਾਹ ਕਰਨਾ ਸ਼ੁਰੂ ਕੀਤਾ ਤੇ ਲੋਕਾਂ ਨੇ ਕਿਹਾ, ਇਹ ਫਕੀਰ ਬਾਬਾ ਫਰੀਦ ਜੀ, ਤੇਰੀ ਰੱਬ ਦੇ ਘਰ ਤੱਕ ਗੱਲ ਹੈ, ਤੂੰ ਇਸ ਦਰਿਆ ਦੇ ਪਾਣੀ ਨੂੰ ਰੋਕ। ਤਾਂ ਉਹਨਾਂ ਦੇ ਇੱਕ ਸ਼ਬਦ ਕਿਹਾ ਕਮਾਲ ਦਾ ਸੀ, ਜਾਂ ਸਲੋਕਾਂ ਵਿੱਚ ਲਿਖਿਆ, ਫਰੀਦਾ ਕੰਧੀ ਵੈ ਨਾ ਢਾ, ਕੰਧੀ ਵੈ ਨਾ ਢਾਏ, ਤੂੰ ਵੀ ਲੇਖਾ ਦੇਵਨਾ। ਇਹ ਦਰਿਆ ਆਪਣੀ ਤਾਕਤ ਤੇ ਇੰਨਾ ਮਾਨ ਨਾ ਕਰ, ਇਹਨਾਂ ਕਿਨਾਰਿਆਂ ਨੂੰ ਢਾ ਕੇ ਲੋਕਾਂ ਦੀ ਜ਼ਿੰਦਗੀ ਤਬਾਹ ਨਾ ਕਰ। ਉਹ ਉਛਲ ਕੇ ਚੱਲਣ ਵਾਲਿਆ, ਇੱਕ ਦਿਨ ਤੈਨੂੰ ਵੀ ਲੇਖਾ ਦੇਣਾ ਪੈਣਾ। ਬੜੀ ਕਮਾਲ ਦੀਆਂ ਗੱਲਾਂ ਹਨ ਇੱਕ ਲਾਈਨ ਦੇ ਵਿੱਚ ਹੀ, ਇਸ ਦਰਿਆ ਦੇ ਸੰਬੋਧਨ ਵਿੱਚ ਹੀ ਬਾਬਾ ਫਰੀਦ ਜੀ ਦੀਆਂ। ਉਹ ਦੁਨੀਆ ਦੇ ਵਿੱਚ ਉਛਲ ਕੇ ਚੱਲਣ ਵਾਲਿਆ,
ਦਰਿਆ ਰੂਪੀ ਇਨਸਾਨ ਦਰਿਆ ਵਾਂਗੂ ਲੋਕਾਂ ਦੇ ਘਰ ਘੱਟ ਨਾ ਢਾਉਂਦਾ ਰਹਿ, ਉਹਨਾਂ ਦੇ ਕਿਨਾਰਿਆਂ ਨੂੰ ਨਾ ਢਾ। ਇੱਕ ਦਿਨ ਤੈਨੂੰ ਲੇਖਾ ਦੇਣਾ ਪੈਣਾ ਹੈ। ਤੇ ਭਾਣੇ ਵਿੱਚ ਚੱਲਣ ਵਾਲਾ ਕੋ ਦਰਿਆ ਦਾ ਜਵਾਬ ਕਮਾਲ ਦਾ ਸੀ। ਕਹਿੰਦਾ ਬਾਬਾ ਜੀ ਲੋਕਾਂ ਨੂੰ ਤਾਂ ਪਤਾ ਕੋਈ ਨਹੀਂ, ਪਰ ਆਪ ਤਾਂ ਅੰਦਰ ਦੀ ਜਾਣਦੇ ਹੋ, ਮੇਰੇ ਵੱਸ ਵਿੱਚ ਕੁਝ ਹੈ ਹੀ ਨਹੀਂ। ਜਿੱਧਰ ਰੱਬ ਮੈਨੂੰ ਤੋਰਦਾ ਹੈ, ਸੱਚ ਜਾਣੋ ਮੈਂ ਰਜਾ ਵਿੱਚ ਉਸ ਪਾਸੇ ਨੂੰ ਤੁਰ ਪੈਂਦਾ ਹਾਂ। ਕੰਦੀ ਫਰੀਦਾ ਕੰਦੀ ਵੈਰ ਨਟਾਏ, ਤੋ ਵੀ ਲੇਖਾ ਦੇਵਣਾ। ਤੇ ਅੱਗੋਂ ਜਵਾਬ ਸੀ, ਜਿੱਧਰ ਰੱਬ ਰਜਾਏ ਵਹਿਣ ਤਦਾਹੂ ਗਉ ਕਰੇ। ਕਹਿੰਦਾ ਮੈਂ ਤਾਂ ਹੁਕਮੀ ਬੰਦਾ ਹਾਂ। ਦਰਿਆ ਅੱਗੋਂ ਕਹਿੰਦਾ ਭਲਿਓ ਫਿਰ ਦਰਿਆ ਦੇ ਪਾਸੋਂ ਹੀ ਕੁਝ ਸਿੱਖਿਆ ਲੈ ਲਈਏ, ਦਰਿਆ ਦੇ ਪਾਸੇ ਉਹਦੇ ਬੋਲਾਂ ਵਿੱਚੋਂ ਹੀ ਕੁਝ ਸਿੱਖ ਲਈਏ। ਦਰਿਆ ਨੂੰ ਮੁਖਾਬਤ ਕਰਕੇ ਬਸ ਬਾਬਾ ਫਰੀਦ ਜੀ ਨੇ, ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਜੀਵਨ ਦੀ ਜਾਚ ਦੱਸ ਦਿੱਤੀ, ਭਾਣੇ ਦੀ ਗੱਲ ਕਰ ਸਮਝਾ ਦਿੱਤੀ, ਜੀਵਨ ਵਿੱਚ ਨਿਮਰਤਾ ਦੀ ਗੱਲ ਸਮਝਾ ਦਿੱਤੀ, ਹੰਕਾਰ ਦੀਆਂ ਟੀਸੀਆਂ ਤੇ ਚੜੇ ਹੋਏ ਨੂੰ ਥੱਲੇ ਜ਼ਮੀਨ ਤੇ ਸੁੱਟ ਦਿੱਤਾ, ਇੱਕ ਦਰਿਆ ਦੀ ਗੱਲ ਛੋਟੀ ਜਿਹੀ ਸਮਝਾ ਕੇ। ਅਰਦਾਸ ਵਿੱਚ ਭਾਣੇ ਦੀ ਗੱਲ ਹੈ, ਤੇਰੇ ਭਾਣੇ ਦੀ ਗੱਲ ਕੀਤੀ ਹੈ। ਭਾਈ ਗੁਰਦਾਸ ਜੀ ਨੇ ਭਾਣੇ ਸੰਬੰਧੀ ਬਹੁਤ ਹੀ ਖੂਬਸੂਰਤ ਬਚਨ ਲਿਖਿਆ ਹੈ। ਕਹਿਣ ਲੱਗੇ, ਗੁਰਮੁਖ ਹੋਮੇ ਪਰਹਰੇ ਮਨ ਭਾਵੇ ਖਸਮੇ ਦਾ ਭਾਣਾ। ਗੁਰਮੁਖ ਆਪਣੇ ਅੰਦਰ ਦੀ ਹੋਮੇ ਨੂੰ ਛੱਡ ਦਿੱਤਾ। ਗੁਰਮੁਖ ਨੇ ਹੋਮੇ ਵਾਲਾ ਜਿਹੜਾ ਬੰਦਾ ਹੁੰਦਾ, ਉਹ ਤੇ ਇਹ ਗੱਲ ਆਖਦਾ ਹੈ, ਇਹ ਮੇਰੇ ਨਾਲ ਕਿਉਂ ਹੋਇਆ, ਮੇਰੇ ਨਾਲ ਹੀ ਕਿਉਂ ਵਾਪਰ ਗਿਆ, ਕਿਉਂਕਿ ਉਹਨੂੰ ਅਜੇ ਤੱਕ ਆਪਣੀ ਤਾਕਤ ਤੇ ਮਾਣ ਹੁੰਦਾ ਹੈ, ਆਪਣੀ ਤਾਕਤ ਜਿਤਾ ਰਿਹਾ ਹੁੰਦਾ ਹੈ। ਪਰ ਜਿਹਨੇ ਮੈਂ ਮੇਰੀ ਛੱਡ ਦਿੱਤੀ, ਉਹ ਕਹਿੰਦਾ ਜੋ ਕੁਝ ਹੋਇਆ ਤੇਰੀ ਰਜ਼ਾ ਵਿੱਚ ਹੋਇਆ। ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਇਹ ਗੱਲ ਬੋਲੇ ਤੇ ਗੱਲ ਫਬਦੀ ਹੈ। ਗੁਰਮੁਖ ਹੋਮੇ ਪਰਹਰੇ ਮਨ ਭਾਵੇ ਖਸਮੇ ਦਾ ਭਾਣਾ। ਵਰਤਮਾਨ ਵਿੱਚ ਵਰਤਦਾ ਹੋਣਹਾਰ ਸੋਈ ਪ੍ਰਵਾਨਾ। ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਅਸੀਂ ਮਿਰਤਕ ਵੇਲੇ ਸ਼ਬਦ ਭਾਈ ਗੁਰਦਾਸ ਜੀ ਦੀ ਵਾਰ ਦਾ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਪਰ ਸਿਰ ਧਰ ਮਨ ਕਰੇ ਸ਼ੁਕਰਾਨਾ ਇਹ ਭਾਣਾ ਹੈ। ਜੋ ਵਾਹਿਗੁਰੂ ਕਰਦਾ ਉਹ ਤੋਂ ਸਿਰ ਨਾ ਫੇਰੇ, ਮੁੱਖ ਨਾ ਮੋੜੇ। ਪਾਣੀ ਨਾ ਮਿਲੇ, ਕਮਲ ਦਾ ਫੁੱਲ ਮੁਰਝਾ ਜਾਂਦਾ ਹੈ। ਤੇ ਜੇ ਸਿੱਖ ਨੂੰ ਸੱਚਮੁੱਚ ਪਿਆਰੇ ਪ੍ਰੀਤਮ ਦੀ ਯਾਦ ਬੰਦਗੀ ਦਾ ਪਾਣੀ ਨਾ ਮਿਲੇ, ਤਾਂ ਇਹਦੀ ਅੰਦਰੀ ਚੜ੍ਹਦੀ ਕਲਾ ਵੀ ਸੁੱਕ ਜਾਂਦੀ ਹੈ, ਇਹਦੀ ਚੜ੍ਹਦੀ ਕਲਾ ਵੀ ਮੁਰਝਾ ਜਾਂਦੀ ਹੈ। ਇਸੇ ਕਰਕੇ ਚੜ੍ਹਦੀ ਕਲਾ ਦਾ ਸੰਬੰਧ ਨਾਮ ਨਾਲ ਜੋੜਿਆ ਗਿਆ। ਨਾਨਕ ਨਾਮ ਚੜ੍ਹਦੀ ਕਲਾ, ਨਾਮ ਤੇਰਾ ਆਧਾਰ ਮੇਰਾ ਜੋ ਫੁੱਲ ਜਈ ਹੈ। ਵੀ ਜਿੱਦਾਂ ਫੁੱਲ ਨੂੰ ਫੁੱਲ ਦਾ ਆਧਾਰ ਪਾਣੀ ਹੈ, ਇਸ ਤਰ੍ਹਾਂ ਸਿੱਖ ਦੀ ਜ਼ਿੰਦਗੀ ਦਾ ਆਧਾਰ ਬਾਣੀ ਹੈ, ਨਾਮ ਹੈ, ਯਾਦ ਹੈ, ਪ੍ਰੀਤਮ ਦਾ ਸਨੇਹਾ ਹੈ। ਉਹਦੀ ਰਜ਼ਾ ਵਿੱਚ ਰਹਿੰਦਾ ਹੈ, ਜਿਵੇਂ ਉਹ ਰੱਖੇ। ਤਾਂ ਪਿਆਰਿਓ, ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ, ਉਹ ਫਿਰ ਸਰਬੱਤ ਦਾ ਭਲਾ ਮੰਗਦਾ ਹੈ। ਸਿੱਖ ਕੇਵਲ ਭਲਾ ਮੰਗਦਾ ਨਹੀਂ, ਭਲਾ ਕਰਦਾ ਹੈ। ਜਿਨ੍ਹਾਂ ਨੇ ਭਲਾ ਮੰਗਣਾ ਹੈ, ਉਹਨਾਂ ਦੀ ਨਜ਼ਰ ਵਿੱਚ ਦੁਸ਼ਮਣ ਕੋਈ ਨਹੀਂ। ਭਲਾ ਮੰਗਣ ਵਾਲੇ ਤਾਂ ਫਿਰ ਉਹੀ ਗੱਲ ਕਹਿੰਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਉਹ ਤਾਂ ਇਹ ਗੱਲ ਕਹਿੰਦੇ ਨੇ। ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਬੋਲ ਨੇ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਅਸੀਂ ਵਾਰਸ ਹਾਂ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਬੱਤ ਦਾ ਭਲਾ ਮੰਗਿਆ। ਕਦੋਂ? ਜਦੋਂ ਦੇਖਿਆ ਜਗਤ ਜਲੰਦਾ ਸੜ ਰਿਹਾ ਹੈ, ਲੋਕ ਕੂਕ ਰਹੇ ਹਨ, ਆਪੋ ਧਾਪੀ ਮਚੀ ਹੋਈ ਹੈ, ਇਹਨਾਂ ਦੇ ਐਸਾ ਰੋਗ ਲੱਗ ਗਿਆ, ਬਚਾਉਣ ਵਾਲਾ ਕੋਈ ਨਹੀਂ, ਦਾਰੂ ਕੋਈ ਨਹੀਂ, ਵੈਦ ਕੋਈ ਨਹੀਂ। ਉਸ ਵੈਦ ਦੀ ਗੱਲ ਨੂੰ ਫਿਰ ਭਾਈ ਗੁਰਦਾਸ ਜੀ ਲਿਖਦੇ, ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਨੇ ਵੇਖਿਆ ਲੋਕ ਸੜ ਰਹੇ ਹਨ, ਤ੍ਰਿਸ਼ਨਾ ਵਿੱਚ, ਵੈਰ ਵਿਰੋਧ ਵਿੱਚ। ਬਾਬੇ ਨੇ ਇਹ ਵੇਖਿਆ। ਬਾਬੇ ਕੋਲ ਘਰ ਸੀ, ਬਾਬੇ ਕੋਲ ਬੱਚੇ ਸਨ, ਬਾਬੇ ਕੋਲ ਇਸਤਰੀ ਸੀ, ਬਾਬੇ ਕੋਲ ਮਾਂ ਬਾਪ ਸਨ, ਬਾਬੇ ਕੋਲ ਭੈਣ ਸੀ, ਬਾਬੇ ਕੋਲ ਦੌਲਤ ਸੀ, ਸਭ ਕੁਝ ਸੀ।
ਬਾਬਾ ਵੀ ਕਹਿੰਦਾ ਅਸੀਂ ਕੀ ਲੈਣਾ ਹੈ, ਸਾਡਾ ਤਾਂ ਕੁਝ ਨਹੀਂ ਗਿਆ। ਪਰ ਬਾਬੇ ਨੇ ਧਿਆਨ ਰੱਖਿਆ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸੇ ਆਈ, ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲਿਖਾਈ। ਕਿ ਬਾਬਾ ਚੁੱਪ ਕਰਕੇ ਬੈਠ ਗਏ। ਬਾਬਾ ਜੀ ਨੇ ਕੁਝ ਨਹੀਂ ਕੀਤਾ। ਜਿਵੇਂ ਅਸੀਂ ਕਹਿ ਦਿੰਦੇ ਸਾਡਾ ਤਾਂ ਕੁਝ ਨਹੀਂ ਗਿਆ, ਸਭ ਕੁਝ ਠੀਕ ਹੀ ਹੈ, ਅਸੀਂ ਤਾਂ ਆਪਣਾ ਆਨੰਦ ਲੈ ਰਹੇ ਹਾਂ, ਸਾਡੀਆਂ ਤਾਂ ਮੌਜਾਂ ਨੇ, ਅਸੀਂ ਤਾਂ ਇਹ ਗੱਲਾਂ ਕਰਦੇ ਹਾਂ। ਪਰ ਬਾਬਾ ਚੁੱਪ ਕਰਕੇ ਬੈਠ ਗਿਆ। ਨਹੀਂ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਫਿਰ ਚੜਿਆ ਸੋਧਣ ਧਰਤ ਲੁਕਾਈ। ਧਰਤ ਲੁਕਾਈ ਸੋਧਣ ਲਈ ਚੱਲਿਆ। ਇਹ ਧਰਤ ਲੁਕਾਈ ਸੋਧਣਾ ਹੀ ਸਰਬੱਤ ਦਾ ਭਲਾ ਸੀ, ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ। ਸਿੱਖਾ, ਤੇਰੀ ਜ਼ਿੰਦਗੀ ਕੇਵਲ ਆਪਣੇ ਲਈ ਨਹੀਂ, ਆਪਣੇ ਲਈ ਜ਼ਿੰਦਗੀ ਤਾਂ ਪਸ਼ੂ ਵੀ ਜਿਉਂਦੇ ਹਨ, ਆਪਣੀ ਜ਼ਿੰਦਗੀ ਤਾਂ ਪੰਛੀ ਵੀ ਜਿਉਂਦੇ ਹਨ। ਸਿੱਖਾ, ਤੇਰੀ ਜ਼ਿੰਦਗੀ ਕਿਸੇ ਹੋਰ ਲਈ ਵੀ ਹੈ, ਯਾਦ ਰੱਖੀ। ਤੇ ਕਿਸੇ ਹੋਰ ਲਈ ਜ਼ਿੰਦਗੀ ਹੀ ਸਰਬੱਤ ਦਾ ਭਲਾ ਹੈ, ਕਿਸੇ ਹੋਰ ਲਈ ਜ਼ਿੰਦਗੀ ਜਿਉਣੀ ਹੀ। ਘਰ ਆਏ ਮਹਿਮਾਨ ਦੀ ਸੇਵਾ ਕਰਨੀ, ਪਰ ਘਰ ਆਏ ਲੋੜਵੰਦ ਨੂੰ ਦੀ ਝੋਲੀ ਭਰਨੀ ਸਿੱਖ ਨੂੰ ਸਿਖਾਇਆ ਗਿਆ ਸੀ। ਜੋ ਤਿੰਨ ਸ਼ਰਤਾਂ ਭਾਈ ਮਰਦਾਨਾ ਜੀ ਦੇ ਸਾਹਮਣੇ ਗੁਰੂ ਨਾਨਕ ਦੇਵ ਮਹਾਰਾਜ ਨੇ ਰੱਖੀਆਂ ਸੀ। ਸਵੇਰੇ ਉੱਠ ਕੇ ਸਤਨਾਮ ਦਾ ਜਾਪ ਕਰਨਾ, ਕੇਸ ਨਹੀਂ ਕਟਾਉਣੇ, ਤੇ ਘਰ ਆਏ ਲੋੜਵੰਦ ਨੂੰ ਕਦੀ ਖਾਲੀ ਨਹੀਂ ਮੋੜਨਾ। ਇਹ ਕੀ ਹੈ? ਇਹ ਸਰਬੱਤ ਦੇ ਭਲੇ ਦਾ ਸਿਖਰ ਹੈ, ਜਿਹੜੇ ਅਸੀਂ ਅਰਦਾਸ ਦੀਆਂ ਪੰਕਤੀਆਂ ਵਿੱਚ ਪੜ੍ਹਦੇ ਹਾਂ। ਇਤਿਹਾਸ ਲਿਖਦਾ ਹੈ, ਕਮਾਲ ਦਾ ਇਤਿਹਾਸ ਹੈ। ਸਿੱਖ ਇਤਿਹਾਸ ਦੇ ਪੰਨੇ ਐਸੇ ਭਰੇ ਹੋਏ ਹਨ। ਇਸ ਦਰਬਾਰ ਵਿੱਚ ਕੋਈ ਵੀ ਆਇਆ ਖਾਲੀ ਹੱਥ ਨਹੀਂ ਗਿਆ। ਗੁਰੂ ਘਰ ਵਿੱਚ ਕੋਈ ਆਇਆ, ਦੁਸ਼ਮਣ, ਮਿੱਤਰ, ਵਿਰੋਧੀ, ਹਰ ਜਿਹੜਾ ਵੀ ਆਇਆ, ਗੁਰੂ ਘਰ ਵਿੱਚੋਂ ਕਿਸੇ ਨਾਲ ਵੈਰ ਨਹੀਂ ਕਮਾਇਆ ਗਿਆ। ਮੌਸਮ ਫਾਨੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦੇ ਸਮਕਾਲੀ ਉਹਨਾਂ ਦੇ ਜੰਗਾਂ ਦਾ ਵਰਣਨ ਕਰਦੇ ਹੋਏ ਲਿਖਦਾ ਹੈ, ਯੁੱਧ ਦੇ ਮੈਦਾਨ ਵਿੱਚ ਲੜਦਿਆਂ ਜੇ ਕਿਸੇ ਦੀ ਦਸਤਾਰ ਉਤਰ ਜਾਂਦੀ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਤਲਵਾਰ ਦਾ ਵਾਰ ਰੋਕ ਲੈਂਦੇ ਤੇ ਅੱਗੋਂ ਕਹਿੰਦੇ, ਭਲਿਆ ਆਪਣੀ ਦਸਤਾਰ ਸੰਭਾਲ, ਮੈਂ ਤੇਰੀ ਇੱਜ਼ਤ ਉਤਾਰਨ ਲਈ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ। ਮੇਰੀ ਲੜਾਈ ਕੇਵਲ ਜ਼ੁਲਮ ਤੇ ਜ਼ਾਲਮ ਦੇ ਨਾਲ ਹੈ। ਇਹ ਸਰਬੱਤ ਦੇ ਭਲੇ ਦੀ ਚਮਕ ਪੈਂਦੀ ਹੈ ਕਿ ਜੰਗ ਦੇ ਮੈਦਾਨ ਵਿੱਚੋਂ ਵੀ ਇਹ ਜੰਗ ਦਾ ਮੈਦਾਨ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਲੜ ਰਹੇ ਹਨ, ਦੁਸ਼ਮਣ ਥੱਲੇ ਡਿੱਗਦਾ ਹੈ ਤੇ ਗੁਰੂ ਕਾ ਇੱਕ ਸਿੱਖ ਮੁਸ਼ਕ ਭਰ ਕੇ ਪਾਣੀ ਪਿਲਾਉਂਦਾ ਹੈ, ਉਹਨਾਂ ਨੂੰ ਫਿਰ ਖੜਾ ਕਰ ਦਿੰਦਾ ਹੈ। ਸ਼ਿਕਾਇਤ ਹੋਈ ਸਿੱਖਾਂ ਨੇ ਗੁਰੂ ਪਾਸ, ਭਾਈ ਕਨਈਆ, ਪਤਾ ਲੱਗਾ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਅੱਗੋਂ ਜਵਾਬ ਮਿਲਿਆ, ਪਾਤਸ਼ਾਹ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਦੁਸ਼ਮਣ ਤਾਂ ਉਨੀ ਦੇਰ ਹੈ ਜਦ ਤੱਕ ਸਾਡੇ ਸਾਹਮਣੇ ਲੜਦਾ ਸੀ। ਜਦ ਤਲਵਾਰ ਦਾ ਫੱਟ ਖਾ ਕੇ ਧਰਤੀ ਤੇ ਜਾ ਡਿੱਗਾ, ਫਿਰ ਇਨਸਾਨ ਹੈ, ਫਿਰ ਦੁਸ਼ਮਣ ਨਹੀਂ ਹੈ। ਮੈਂ ਪਾਣੀ ਇਨਸਾਨ ਨੂੰ ਪਿਲਾ ਰਿਹਾ ਹਾਂ, ਦੁਸ਼ਮਣ ਨੂੰ ਨਹੀਂ ਪਿਲਾਉਂਦਾ। ਤੇ ਕਲਗੀਧਰ ਪਾਤਸ਼ਾਹ ਦੀ ਫਰਾਕ ਤੇ ਵੀ ਦੇਖੋ, ਵਿਸ਼ਾਲ ਦੇ ਵੀ ਦੇਖੋ। ਅੱਛਾ ਭਾਈ ਕਨਈਆ ਜੀ, ਮਰਮ ਪੱਟੀ ਵੀ ਲੈ ਲਓ, ਔਰ ਜ਼ਖਮੀਆਂ ਨੂੰ ਮਰਮ ਪੱਟੀ ਵੀ ਨਾਲ ਕਰ ਦਿਆ ਕਰੋ। ਤੇ ਸਿੱਖੀ ਦਾ ਸਰਬੱਤ ਦੇ ਭਲੇ ਦਾ ਸਿਖਰ ਹੈ, ਸਰਬੱਤ ਦੇ ਭਲੇ ਦਾ ਸਿਖਰ ਹੈ। ਸਿੱਖ ਦਾ ਵਿਸ਼ਵਾਸ ਹੈ, ਕੋਈ ਵੀ ਹੋਵੇ, ਸਿੱਖ ਹੋਵੇ ਨਾ ਹੋਵੇ, ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਸਾਰਿਆਂ ਵਿੱਚ ਮੇਰੇ ਪ੍ਰੀਤਮ ਦੀ ਜੋਤ ਹੈ, ਸਾਰੇ ਮੇਰੇ ਭਰਾ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਕੇ ਦੇਖ ਲਓ, ਉਹ ਕਹਿਣਗੇ, ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਬੁਝਿਆ, ਕੌਣ ਭਲੇ ਕੋ ਬੰਦੇ। ਸਿਧਾਂਤ ਵੱਖਰੇ ਹੋ ਸਕਦੇ ਹਨ, ਲੇਕਿਨ ਇਨਸਾਨੀਅਤ ਨਾਲ ਦੁਸ਼ਮਣੀ ਨਹੀਂ ਹੈ। ਢੰਗ ਵੱਖਰਾ ਹੈ, ਨਿਆਰਾਪਨ ਹੋ ਸਕਦਾ ਹੈ, ਲੇਕਿਨ ਇਨਸਾਨੀਅਤ ਦੇ ਨਾਤੇ ਸਾਡੀ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਜਿਹੜੀ ਜੋਤ ਮੇਰੇ ਅੰਦਰ ਸੀ, ਮੇਰੇ ਬਾਪੂ ਅੰਦਰ ਸੀ, ਉਹ ਜੋਤ ਅੱਜ ਮੇਰੇ ਅੰਦਰ ਹੈ, ਉਹ ਜੋਤ ਅੱਜ ਤੁਹਾਡੇ ਅੰਦਰ ਹੈ, ਉਹ ਜੋਤ ਬੱਚਿਆਂ ਦੇ ਅੰਦਰ ਹੈ, ਜੋਤ ਮੇਰੇ ਗੁਆਂਢੀ ਵਿੱਚ ਹੈ, ਉਹਦੇ ਪੁੱਤਰ 'ਚ ਵੀ ਹੈ। ਜੇ ਮੈਂ ਆਪਣੇ ਪੁੱਤਰ ਦਾ ਭਲਾ ਲੋਚਦਾ ਹਾਂ ਤਾਂ ਗੁਆਂਢੀ ਦੇ ਪੁੱਤਰ ਦਾ ਬੁਰਾ ਕਿਉਂ ਲੋਚਦਾ ਹਾਂ? ਜੇ ਮੈਂ ਆਪਣਾ ਬਿਜ਼ਨਸ ਵਧਾਉਣਾ ਚਾਹੁੰਦਾ ਤੇ ਗੁਆਂਢੀ ਦੇ ਦੂਜੇ ਦੇ ਤੱਪੜ ਰੋਲਣ ਨੂੰ ਕਿਉਂ ਤਾਰ ਬੈਠਾ? ਕਿਉਂ? ਜੇ ਮੈਂ ਆਪਣੀ ਇੱਜ਼ਤ ਦੀ
ਲੋਚਾ ਰੱਖਦਾ ਹਾਂ ਤਾਂ ਦੂਜੇ ਦੀ ਇੱਜ਼ਤ ਕਿਉਂ ਲਾ ਰਿਹਾ ਹਾਂ, ਉਹਦੀ ਪੱਤ ਕਿਉਂ ਰੋਲ ਰਿਹਾ ਹਾਂ, ਉਹਦੇ ਪੱਤ ਰੋਲਣ ਦੀਆਂ ਗੱਲਾਂ ਕਿਉਂ ਕਰ ਰਿਹਾ ਹਾਂ। ਸਿੱਖ ਦਾ ਵਿਸ਼ਵਾਸ ਹੀ ਹੋਣਾ ਹੈ ਕਿ ਸਾਰਿਆਂ ਵਿੱਚ ਮੇਰਾ ਪਿਆਰਾ ਮੇਰਾ ਅੱਲਾ ਵਸਦਾ ਹੈ। ਜਿਹੜਾ ਸਿੱਖ ਬਾਣੀ ਪੜ੍ਹਦਾ ਹੈ ਉਹਨੂੰ ਇਹ ਗੱਲ ਪਤਾ ਨਹੀਂ ਲੱਗੀ, ਘਟ ਘਟ ਮੈਂ ਹਰਜੂ ਬਸੇ ਸੰਤਨ ਕਿਹੋ ਪੁਕਾਰ। ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਸਮਝ ਨਹੀਂ ਆਏ। ਜਿਹੜਾ ਸਿੱਖ ਇਹ ਪੜ੍ਹਦਾ ਹੋਏ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚਿੱਟੀ, ਭਾਜਨ ਹੈ ਉਹ ਨਾਨਾ ਰੇ, ਅਸਤਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਘਟ ਘਟ ਰਾਮ ਸਮਾਨਾ ਦੀ ਗੱਲ ਜਿਹੜਾ ਪੜ੍ਹਦਾ ਰਹੇ ਬੜੀ ਜਾਵੇ ਬੜੀ ਚੱਲੇ। ਪਿਆਰਿਓ, ਸਿੱਖ ਦੀ ਸੋਚ ਆਪਣੇ ਤੱਕ ਨਹੀਂ, ਇਹ ਬ੍ਰਹਮੰਡੀ ਸੋਚ ਹੈ, ਨਿਰੰਕਾਰੀ ਸੋਚ ਹੈ। ਸਿੱਖ ਇੱਕ ਮੁਲਕ ਦਾ ਵਾਸੀ ਨਹੀਂ, ਸਿੱਖ ਦੀ ਸੋਚ ਸਾਰੇ ਬ੍ਰਹਮੰਡ ਦਾ ਭਲਾ ਲੋਚਦੀ ਹੈ। ਜਿੱਥੇ ਜਿੱਥੇ ਵੀ ਮਨੁੱਖਤਾ ਹੈ, ਜਿੱਥੇ ਜਿੱਥੇ ਵੀ ਇਨਸਾਨੀਅਤ ਹੈ, ਉੱਥੇ ਕਹਿੰਦਾ ਮੇਰੇ ਦਾਤਿਆ ਸਰਬੱਤ ਦਾ ਭਲਾ ਕਰੀ। ਸਰਬੱਤ ਵਿੱਚ ਕੇਵਲ ਭਾਰਤ ਦੇ ਲੋਕੀ ਨਹੀਂ ਆਉਂਦੇ, ਗੁਰੂ ਨਾਨਕ ਦੀ ਧਰਤੀ ਦੇ ਲੋਕ ਨਹੀਂ ਆਉਂਦੇ, ਸਰਬੱਤ ਦੇ ਭਲੇ ਸਾਰਾ ਸੰਸਾਰ ਆਉਂਦਾ ਹੈ। ਜਿਵੇਂ ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਵੇ ਤਾਂ ਹਜ਼ਾਰਾਂ ਮੋਤੀਆਂ ਦੇ ਰੰਗ ਭਾਵੇਂ ਵੱਖਰੇ ਵੱਖਰੇ ਹੋਣ, ਆਕਾਰ ਵੱਖਰੇ ਵੱਖਰੇ ਹੋਣ, ਪਰ ਧਾਗਾ ਇੱਕ ਹੁੰਦਾ ਹੈ। ਲੱਖਾਂ ਬੰਦਿਆਂ ਦੀ ਸ਼ਕਲ ਵੱਖਰੀ ਹੋਵੇ, ਜ਼ਬਾਨ ਵੱਖਰੀ ਹੋਵੇ, ਖਾਣ ਪੀਣ ਦਾ ਢੰਗ ਵੱਖਰਾ ਹੋਵੇ, ਪਹਿਨਣਾ ਵੱਖਰਾ ਹੋਵੇ, ਪਰ ਇੱਕ ਓੰਕਾਰ ਸਾਰਿਆਂ ਵਿੱਚ ਇੱਕ ਜੋਤ ਵਸਦਾ ਹੈ। ਫਿਰ ਅਸੀਂ ਕਿਉਂ ਨਹੀਂ ਇਹ ਗੱਲ ਸੋਚਦੇ, ਕਿਉਂ ਨਹੀਂ ਇਹ ਗੱਲ ਮੰਨਦੇ? ਕਿਆ ਕਮਾਲ ਦੇ ਬੋਲ ਹਨ। ਸੂਤ ਏਕ ਮਨ ਸਤ ਸਹਿੰਸ ਜੈਸੇ ਓਤ ਪੋਤ ਪ੍ਰਭ ਸੋਈ। ਏਦਾਂ ਪ੍ਰਭੂ ਵਸਦਾ ਹੈ, ਜਿਵੇਂ ਹਜ਼ਾਰਾਂ ਮਣਕਿਆਂ ਚੋਂ ਲੰਘਿਆ ਹੋਇਆ ਸੂਤ ਇੱਕੋ ਹੀ ਹੁੰਦਾ ਹੈ। ਸਭ ਤਾਂ ਪਰਮਾਤਮਾ। ਜੇ ਤੂੰ ਸਾਰਿਆਂ ਨੂੰ ਇੱਕ ਪਿਤਾ ਦੀ ਇਹ ਗੱਲ ਕਵੇਂ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤਾਂ ਫਿਰ ਵਿਤਕਰਾ ਕਿਉਂ? ਇਹਨੂੰ ਵਿਤਕਰੇ ਚੋਂ ਕੱਢੇ ਦੀ ਗੱਲ ਤਾਂ ਸੁਲਤਾਨਪੁਰ ਦੀ ਧਰਤੀ ਤੋਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਰ ਦਿੱਤੀ ਸੀ। ਜਦੋਂ ਮੈਂ 3 ਦਿਨ ਅਲੋਪ ਰਹੇ, ਪਤਾ ਨਾ ਲੱਗਾ, ਤਾਂ ਦੌਲਤ ਖਾਨ ਨੇ ਕਿਹਾ ਵੀ ਅੱਜ ਤੱਕ ਤਾਂ ਤੁਸੀਂ ਮੋਦੀ ਦੀ ਕਾਰ ਕੀਤੀ ਤੇ ਅਸੀਂ ਨਵਾਬ ਸੀ, ਅੱਜ ਤੋਂ ਬਾਅਦ ਤੁਸੀਂ ਮਾਲਕ ਤੇ ਅਸੀਂ ਤੁਹਾਡੇ ਚਾਕਰ, ਪਰ ਸੁਲਤਾਨਪੁਰ ਛੱਡ ਕੇ ਨਾ ਜਾਇਓ, ਸੁਲਤਾਨਪੁਰ ਨਾ ਛੱਡੋ। ਉੱਥੇ ਭਾਈ ਗੁਰਦਾਸ ਜੀ ਨੇ ਦੌਲਤ ਖਾਨ ਦੀ ਇੱਕ ਤੁਕ ਲਿਖੀ ਹੈ। ਉਹ ਕਹਿਣ ਲੱਗੇ, ਦੌਲਤ ਖਾਨ ਲੋਧੀ ਭਲਾ ਹੋਆ ਜਿੰਦ ਪੀਰ ਅਬਿਨਾਸੀ। 11ਵੀਂ ਵਾਰ ਦੇ ਵਿੱਚ 13ਵੀਂ ਪੌੜੀ ਦੇ ਵਿੱਚ ਤੁਕ ਆਉਂਦੀ ਹੈ। ਦੌਲਤ ਖਾਨ ਲੋਧੀ ਚੰਗਾ ਹੈ, ਕਹਿਣ ਲੱਗਾ ਦੇਖੋ ਜਿਉਂਦੇ ਜੀ ਪੀਰ ਦੀ ਪਦਵੀ ਤੇ ਪਹੁੰਚ ਗਿਆ। ਕਹਿੰਦਾ ਉਹਨਾਂ ਲਿਖਣੇ ਦੌਲਤ ਖਾਨ ਨੂੰ ਕਹਿੰਦਾ ਵੀ ਤੂੰ ਪਛਾਣ ਕੀਤੀ ਹੈ, ਦੌਲਤ ਖਾਨ ਤੂੰ ਤਾਂ ਪਛਾਣ ਕੀਤੀ ਹੈ ਇਸ ਜੋਤ ਦੀ, ਰੱਬੀ ਜੋਤ ਦੀ, ਨਿਰੰਕਾਰੀ ਜੋਤ ਦੀ। ਤੇ ਉਹ ਸਰਬੱਤ ਦਾ ਭਲਾ ਲੈ ਕੇ ਮੇਰਾ ਬਾਪੂ ਨਾ ਗੁਰੂ ਨਾਨਕ ਪਾਤਸ਼ਾਹ ਘਰੋਂ ਤੁਰ ਪਿਆ। ਹਲੇ ਤਾਂ ਦੁਪਾਲਪੁਰ ਹੀ ਪਹੁੰਚਿਆ, ਪਿੰਡ ਤੋਂ ਬਾਹਰ ਲੋਕਾਂ ਦੇ ਇੱਕ ਝੌਂਪੜੀ ਬਣਾ ਦਿੱਤੀ, ਚੀਕਾਂ ਦੀ ਆਵਾਜ਼ ਆ ਰਹੀ ਹੈ, ਕੁਰਲਾਟ ਹੋ ਰਹੀ ਹੈ ਉਸ ਝੌਂਪੜੀ ਦੇ ਵਿੱਚ, ਤੇ ਮੇਰਾ ਬਾਪੂ ਗੁਰੂ ਨਾਨਕ ਉਸ ਝੌਂਪੜੀ ਵੱਲ ਨੂੰ ਤੁਰ ਪਿਆ। ਸਰਬੱਤ ਦਾ ਭਲਾ ਲੋਚਣ ਵਾਲਾ ਮੇਰਾ ਪਾਤਸ਼ਾਹ ਦਾ ਪਾਤਸ਼ਾਹ। ਤੇ ਉਧਰੇ ਪੈਰਾਂ ਦੀ ਆਵਾਜ਼ ਸੁਣ ਕੇ ਅੰਦਰੋਂ ਆਵਾਜ਼ ਆਈ ਝੌਂਪੜੀ ਚੋਂ, ਉਹ ਮੇਰੇ ਨੇੜੇ ਨਾ ਆਇਓ, ਮੈਂ ਕੋਹੜੀ ਹਾਂ, ਮੈਨੂੰ ਕੋਹੜ ਦਾ ਰੋਗ ਹੋ ਗਿਆ, ਪਿੰਡ ਵਾਲਿਆਂ ਨੇ ਮੈਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਹੈ, ਕਿਤੇ ਉਹਨਾਂ ਨੂੰ ਕੋਹੜ ਦਾ ਰੋਗ ਨਾ ਹੋ ਜਾਏ। ਤੇ ਗੁਰੂ ਨਾਨਕ ਪਾਤਸ਼ਾਹ ਉਸ ਝੌਂਪੜੀ ਦੇ ਦਰਵਾਜ਼ੇ ਨੂੰ ਇਉਂ ਹਟਾ ਕੇ, ਛੱਪਰ ਜਿਹਾ ਲੱਗਾ ਹੋਇਆ ਉਹਨੂੰ ਪਾਸੇ ਕਰਕੇ ਕਹਿਣ ਲੱਗੇ, ਭਲਿਆ ਕੋਹੜੀ ਤੂੰ ਨਹੀਂ, ਤੂੰ ਤਾਂ ਸਰੀਰ ਕਰਕੇ ਕੋਹੜੀ ਹੈ। ਕੋਹੜੀ ਤਾਂ ਉਹ ਹਨ ਜਿਨ੍ਹਾਂ ਦੇ ਅੰਦਰ ਕੋਹੜ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਵੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਗੁਰੂ ਨਾਨਕ ਤਾਂ ਕੋਹੜੀਆਂ ਦਾ ਰੋਗ ਦੂਰ ਕਰ ਰਿਹਾ ਹੈ, ਕੋਹੜੀਆਂ ਦਾ ਕੋਹੜ ਕੱਟ ਕੇ ਹੱਥਾਂ ਨਾਲ ਉਹਨੂੰ ਸਾਫ਼ ਕੀਤਾ, ਪੂੰਝਿਆ। ਇਨਸਾਨੀਅਤ ਬਖਸ਼ੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਲਾਲੋ ਨੂੰ ਲਾਲੀ ਬਖਸ਼ੀ ਹੈ, ਬਲਕਿ ਭਾਗੋ ਦੇ ਭਾਗ ਖੋਲ ਦਿੱਤੇ ਹਨ, ਠੱਗ ਨੂੰ ਸੱਜਣ ਬਣਾ ਦਿੱਤਾ ਹੈ।
ਤੇ ਬਲੀਆਂ ਨੂੰ ਕੰਧਾਰੀ ਬਣਾ ਦਿੱਤਾ ਹੈ। ਕਿਆ ਕਮਾਲ ਦੀ ਗੁਰੂ ਪਾਤਸ਼ਾਹ ਜੀ ਨੇ ਕਿਆ ਕਿਤੇ ਕੌਤਕ ਕੀਤੇ ਹਨ। ਇਸ ਸਰਬੱਤ ਦੇ ਭਲੇ ਦੀ ਗੱਲ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸ਼ੁਰੂ ਤੋਂ ਸਿਖਾਉਂਦੇ ਆਏ ਹਨ। ਉੱਥੇ ਜਦੋਂ ਅਹਿਮਦਾਬਾਦ ਦੀ ਧਰਤੀ ਤੇ ਕਤਲੋ ਗਾਰਤ ਹੁੰਦੀ ਹੈ ਤੇ ਬਾਬਾ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਹ ਫੜਨ ਲਈ ਚਲੇ ਜਾਂਦੇ ਨੇ। ਜੈਸੀ ਮੈਂ ਵੇ ਖਸਮੀ ਬਾਣੀ ਤਸੜਾ ਕਰੀ ਗਿਆਨ ਵੇ ਲਾਲੋ ਦੀਆਂ ਗੱਲਾਂ ਕਰਦੇ ਹਨ। ਇਹਨਾਂ ਸਾਵਧਾਨ ਕਰਦੇ ਨੇ ਕਿ ਕੁਝ ਵਾਪਰਨ ਵਾਲਾ ਹੈ, ਹੋਣ ਵਾਲਾ ਹੈ। ਜਦੋਂ ਗੁਰੂ ਸਰਬੱਤ ਦਾ ਭਲਾ ਮੰਗਣ ਵਾਲੇ ਇਹ ਗੁਰੂ ਨਾਨਕ ਦੇ ਦਰ, ਗੁਰੂ ਅਮਰਦਾਸ ਜੀ ਦੇ ਦਰ ਤੇ ਅਕਬਰ ਆਉਂਦਾ ਹੈ ਤਾਂ ਉਹਨਾਂ ਦੇ ਰੋਜ਼ ਦੀ ਅਰਦਾਸ ਇਹ ਸੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੇ ਲਿਓ ਬਾਰ। ਇਹ ਸਰਬੱਤ ਦਾ ਭਲਾ ਸੀ। ਜਗੀਰ ਤੇ ਅਕਬਰ ਵਰਗਾ ਕਹਿੰਦਾ ਜੀ ਜਗੀਰ ਲੈ ਲਓ। ਗੁਰੂ ਨਾਨਕ ਪਾਤਸ਼ਾਹ ਦੇ ਇਹ ਜੋਤ, ਅਗੰਮੀ ਜੋਤ ਕਹਿੰਦੀ ਨਹੀਂ, ਜਗੀਰ ਨਹੀਂ ਚਾਹੀਦੀ। ਜੇ ਕੰਮ ਕਰ ਸਕਦਾ ਹੈ, ਰੱਬ ਨੇ ਜੇ ਤੈਨੂੰ ਬਾਦਸ਼ਾਹੀ ਦਿੱਤੀ ਹੈ, ਇੱਕ ਕਾਨੂੰਨ ਬਣਾ ਦੇ ਕਿ ਜਿਹੜੀਆਂ ਬੱਚੀਆਂ ਜਿਉਂਦੀਆਂ ਬੱਚੀਆਂ ਪਤੀ ਮਰਨ ਦੇ ਨਾਲ ਜਿਉਂਦੀਆਂ ਸਾੜ ਦਿੱਤੀਆਂ ਜਾਂਦੀਆਂ ਹਨ, ਉਹਨਾਂ ਦੀਆਂ ਚੀਕਾਂ ਜਿਹੜੀਆਂ ਹਨ ਦਿਲ ਕਬਾਨ ਵਾਲੀਆਂ ਹੁੰਦੀਆਂ ਨੇ। ਬਸ ਉਹ ਸਤੀ ਪ੍ਰਥਾ ਬੰਦ ਕਰਾ। ਉਹ ਸਤੀ ਪ੍ਰਥਾ ਇਨਸਾਨੀਅਤ ਦੀ ਸੇਵਾ, ਰੱਬ ਦੀ ਸੇਵਾ ਹੈ। ਇਹ ਸਮਾਜ ਸੁਧਾਰ ਸੀ। ਇਹ ਸਰਬੱਤ ਦੇ ਭਲੇ ਦੇ ਵਿੱਚੋਂ ਪੈਦਾ ਹੁੰਦਾ ਹੈ। ਇਹ ਸੋਚ ਉਹਦੇ ਵਿੱਚੋਂ ਪੈਦਾ ਜਨਮ ਲੈਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਰਬੱਤ ਦਾ ਭਲਾ ਸੀ। ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਉਸਾਰੀ ਕੀਤੀ ਹੈ। 4 ਦਰਵਾਜ਼ੇ ਸਭ ਲਈ ਰੱਖ ਦਿੱਤੇ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ 4 ਵਰਨਾ ਕੋ ਸਾਂਝਾ ਦੀ ਗੱਲ ਕੀਤੀ ਗਈ। ਸਰਬੱਤ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਗਏ, ਸਾਨੂੰ ਬਾਣੀ ਦੇ ਗਏ ਗੁਰੂ ਅਰਜਨ ਦੇਵ ਪਾਤਸ਼ਾਹ। ਸਿੱਖ ਦੀ ਅਰਦਾਸ ਦੀ ਸੰਪੂਰਨਤਾ ਤਾਂ ਹੀ ਹੁੰਦੀ ਹੈ ਜੋ ਸਰਬੱਤ ਦਾ ਭਲਾ ਮੰਗੇਗਾ, ਸਰਬੱਤ ਦਾ ਭਲਾ ਲੋਚੇਗਾ। ਪਰ ਸਰਬੱਤ ਦਾ ਭਲਾ ਤਾਂ ਹੋਏਗਾ ਜੇ ਚੜ੍ਹਦੀ ਕਲਾ ਹੋਵੇਗੀ। ਚੜ੍ਹਦੀ ਕਲਾ ਤਾਂ ਹੋਏਗੀ ਜੇ ਨਾਮ ਹੋਵੇਗਾ। ਜੇ ਨਾਮ ਹੋਵੇਗਾ ਤੇ ਭਾਣਾ ਮੰਨਣ ਦੀ ਜਾਚ ਆਏਗੀ, ਹੁਕਮ ਰਜਾਈ ਚੱਲਣ ਦੀ ਜਾਚ ਆਏਗੀ। ਕਿੰਨੀਆਂ ਕਮਾਲ ਦੀ ਦਲੀਲਾਂ ਹਨ ਇਸ ਪੰਕਤੀਆਂ ਵਿੱਚ। ਕਿੰਨੇ ਉਹ ਉੱਚੇ ਦਿਮਾਗ ਵਾਲੇ, ਰੋਸ਼ਨ ਦਿਮਾਗ ਵਾਲੇ ਉਹ ਪਿਆਰੇ ਹੋਣਗੇ ਜਿਨ੍ਹਾਂ ਨੇ ਪੰਕਤੀਆਂ ਬਣਾਈਆਂ ਹੋਣਗੀਆਂ। ਕਿੰਨਾ ਰਿਲੇਸ਼ਨ ਹੈ ਡੂੰਘਾ ਇਹਨਾਂ ਪੰਕਤੀਆਂ ਦਾ, ਇਹ 2 ਪੰਕਤੀਆਂ ਦਾ ਸਿੱਖ ਦੀ ਜ਼ਿੰਦਗੀ ਦੇ ਨਾਲ। ਇਹਦਾ ਜ਼ਿੰਦਗੀ, ਇਹ 2 ਪੰਕਤੀਆਂ ਵਿੱਚੋਂ ਸਿੱਖ ਅਸਲ ਵਿੱਚ ਜ਼ਿੰਦਗੀ ਜਿਉਣ ਦੀ ਜਾਚ ਸਿੱਖਦਾ ਹੈ, ਜ਼ਿੰਦਗੀ ਜਿਉਣ ਦੀ ਜਾਚ ਮੰਗਦਾ ਹੈ। ਅਰਦਾਸ ਜਦੋਂ ਬੋਲੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਫਿਰ ਨਾਮ ਦੀ ਜਾਚਨਾ ਵੀ ਹੋਈ, ਚੜ੍ਹਦੀ ਕਲਾ ਵੀ ਮੰਗ ਲਈ, ਹੁਕਮ ਰਜਾਈ ਚੱਲਣ ਦੀ ਜਾਚ ਵੀ ਮੰਗ ਲਈ, ਤੇ ਸਰਬੱਤ ਦਾ ਭਲਾ ਦੀ ਚੀਜ਼ੀ ਵੀ ਮੰਗ ਲਈ। ਇਹ ਕਿੰਨੀਆਂ ਪਿਆਰੀਆਂ ਚੀਜ਼ਾਂ ਹਨ। ਤੇ ਜਿਹਦੇ ਕੋਲ ਨਾਮ ਆ ਗਿਆ, ਜਿਹਦੇ ਕੋਲ ਚੜ੍ਹਦੀ ਕਲਾ ਆ ਗਈ, ਜਿਹਦੇ ਵਿੱਚ ਭਾਣਾ ਆ ਗਿਆ, ਜਿਹਨੂੰ ਸਰਬੱਤ ਦਾ ਭਲਾ ਆ ਗਿਆ, ਉਹ ਮਨੁੱਖਤਾ ਦੇ ਸਿਖਰ ਤੇ ਪਹੁੰਚ ਗਿਆ। ਉਹ ਮਨੁੱਖਤਾ ਦੀ ਸਿਖਰ ਤੇ ਜਾ ਪਹੁੰਚਿਆ। ਦਵੈਸ਼ ਮਿਟ ਗਈ, ਕੋਈ ਵੀ ਈਰਖਾਵਾਦ ਨਹੀਂ, ਕੋਈ ਕਿਸੇ ਦੇ ਨਾਲ ਦੁਸ਼ਮਣੀ ਨਹੀਂ। ਹੁਣ ਤਾਂ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੀ ਗੱਲ ਉਹਦੇ ਅੰਦਰ ਘਰ ਘਰ ਗਈ। ਨਾਮ ਵਿੱਚ ਚੜ੍ਹਦੀ ਕਲਾ ਵਿੱਚ ਭਾਣਾ, ਤੇ ਭਾਣੇ ਵਿੱਚੋਂ ਸਰਬੱਤ ਦਾ ਭਲਾ ਮੰਨਣ ਦੀ ਅਗਰ ਜਾਚ ਆ ਜਾਏ। ਇਸੇ ਲਈ ਅਸੀਂ ਤਰਲਾ ਕਰਦੇ ਹਾਂ ਗੁਰੂ ਦੇ ਅੱਗੇ ਸਵੇਰੇ ਤੇ ਸ਼ਾਮ, ਰੋਜ਼ 2 ਟਾਈਮ ਮਾਲਕ ਦੇ ਦਰ ਦੇ ਉੱਤੇ ਅਸੀਂ ਬੇਨਤੀਆਂ, ਪ੍ਰਾਰਥਨਾ ਇਸੇ ਕਰਕੇ ਕਰਦੇ ਹਾਂ। ਕਿਉਂ? ਕਿਉਂਕਿ ਭਾਣਾ ਮੰਨਣ ਦੀ ਜਾਚ ਸਿੱਖਣੀ ਚਾਹੁੰਦੇ ਹਾਂ। ਭਾਣਾ ਉਹੀ ਹੈ ਜੋ ਵਾਹਿਗੁਰੂ ਨੂੰ ਭਾਉਂਦਾ ਹੈ, ਜੋ ਉਸਦੀ ਰਜ਼ਾ ਹੈ, ਜੋ ਉਸਦਾ ਹੁਕਮ ਹੈ। ਭਾਣਾ, ਹੁਕਮ, ਰਜ਼ਾ ਇੱਕੋ ਸ਼ਬਦ ਹਨ ਜਿਨ੍ਹਾਂ ਦੇ ਵੱਖਰੇ ਵੱਖਰੇ ਪੱਖ ਅਸੀਂ ਕਰਦੇ ਹਾਂ। ਭਾਣਾ ਪ੍ਰਭੂ ਦੀ ਮੌਜ ਹੈ, ਭਾਣਾ ਪ੍ਰਭੂ ਦੀ ਪ੍ਰਸੰਨਤਾ ਹੈ, ਭਾਣਾ ਪ੍ਰਭੂ ਦੀ ਖੁਸ਼ੀ ਹੈ। ਜਦੋਂ ਇਹ ਸੋਚ ਸਾਡੇ ਅੰਦਰ ਪੈਦਾ ਹੁੰਦੀ ਹੈ, ਉਹ ਸੋਚ ਜਨਮ ਕਿੱਥੋਂ ਲੈਂਦੀ? ਸ਼ਬਦ ਵਿੱਚੋਂ, ਨਾਮ ਵਿੱਚੋਂ, ਯਾਦ ਵਿੱਚੋਂ, ਪ੍ਰੇਮ ਵਿੱਚੋਂ।
ਭਾਣੇ ਵਿੱਚ ਉਹਦੀ ਮਾਲਕੀ, ਉਹਦੀ ਮਰਜ਼ੀ ਤੇ ਦੂਜੇ ਪਾਸੇ ਉਹਦੀ ਪ੍ਰਸੰਨਤਾ, ਦੋ ਚੀਜ਼ਾਂ ਸ਼ਾਮਲ ਹਨ ਭਾਣੇ ਵਿੱਚ ਵੀ। ਤੇਰੇ ਭਾਣੇ ਸਰਬੱਤ ਦੇ ਭਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਕਮ ਮਾਲਕ ਦਾ ਆਗਿਆ ਹੈ। ਹੁਕਮ ਸਾਰਾ ਕੁਝ ਜੋ ਕੁਝ ਹੈ ਉਹਦੇ ਹੁਕਮ ਵਿੱਚ ਵਰਤ ਰਿਹਾ ਹੈ। ਇਹ ਗੱਲ ਸਾਨੂੰ ਜਦੋਂ ਸਮਝ ਆ ਜਾਂਦੀ ਹੈ, ਫਿਰ ਅਸੀਂ ਸੱਚਮੁੱਚ ਅੰਦਰੋਂ ਉਸ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਾਂ। ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਸਿੱਖ ਦੀ ਅਰਦਾਸ ਦੇ ਸ਼ਬਦ ਅਸੀਂ ਬੋਲਦੇ ਹਾਂ, ਇਸ ਜਗਤ ਜਲਨ ਦੇ ਵਿੱਚ ਠੰਡ ਵਰਤਾਉਣ ਵਾਲੇ ਸ਼ਬਦ ਹਨ। ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਭੇਦ ਭਾਵ ਦੇ, ਬਿਨਾਂ ਕਿਸੇ ਵੱਖਵਾਦ ਦੇ ਇੱਕਮਿਕ ਹੋਇਆ, ਭਾਣੇ ਨਾਲ ਇੱਕਮਿਕ ਹੋਇਆ ਮਨ ਹੀ ਇਹ ਜਿਹੜਾ ਹੈ ਇਹ ਸ਼ਬਦ ਬੋਲ ਸਕਦਾ ਹੈ। ਵੱਖਵਾਦੀ ਕਿਵੇਂ ਹੋ ਸਕਦਾ ਹੈ? ਗੱਲਾਂ ਅਸੀਂ ਉੱਤੋਂ ਉੱਤੋਂ ਜਿੱਦਾਂ ਮਰਜ਼ੀ ਪੜ੍ਹੀ ਜਾਈਏ, ਨਾਨਕ ਰਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਪਰ ਜੇ ਉਹਨੂੰ ਸੋਚਿਆ ਨਾ, ਵਿਚਾਰਿਆ ਨਾ, ਤੇ ਅਰਦਾਸ ਵੀ ਪੂਰੀ ਨਹੀਂ ਹੋਣੀ। ਸੱਚ ਜਾਣੋ, ਭਾੜੇ ਨਾਲ ਇੱਕ ਸੁਰ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਪ੍ਰਵਾਨ ਹੁੰਦੀ ਹੈ। ਤੁੱਠੇ ਮਾਲਕ ਦੀ ਮਿਹਰ ਦੀ ਨਜ਼ਰ ਸਾਡੇ ਉੱਤੇ ਹੋ ਜਾਂਦੀ ਹੈ ਤੇ ਸਾਡੇ ਸਾਹਮਣੇ ਇਹ ਗੱਲ ਸਮਝਦੀ ਹੈ, ਮੁੱਠੇ ਮੇਘ ਸੁਹਾਵਨੇ, ਹੁਕਮ ਕੀਤਾ ਕਰਤਾਰ, ਰਿਜ਼ਕ ਪਾਇਆ ਨਾ ਅਗਲਾ, ਠੰਡ ਪਾਈ ਸੰਸਾਰ, ਤਨ ਮਨ ਹਰਿਆ ਹੋਇਆ, ਸਿਮਰਤ ਅਗਮ ਅਪਾਰ, ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਿਹਾਰ। ਇਸ ਅਵਸਥਾ ਤੇ ਜਾ ਪਹੁੰਚੀਦਾ ਹੈ। ਅਰਦਾਸ ਦੀ ਇਸ ਸਿਖਰ ਤੇ ਜੁੜਿਆ ਮਨ ਜਦੋਂ ਆਪਣੀ ਅਰਦਾਸ ਨੂੰ ਉਚਾਰੇ ਜਾਣ ਤੋਂ ਵੀ ਪਹਿਲਾਂ ਪ੍ਰਵਾਨ ਹੋਇਆ ਵੇਖਦਾ ਹੈ, ਤਾਂ ਫਿਰ ਸ਼ੁਕਰਾਨੇ ਦਾ ਹੜ ਉਸ ਦੇ ਅੰਦਰੋਂ ਠਾਠਾ ਮਾਰਦਾ ਹੋਇਆ ਬਾਹਰ ਨਿਕਲਦਾ ਹੈ। ਬਲਿਹਾਰ ਕਿਉਂ ਨਾ ਹੋਵੇ, ਸਦਕੇ ਕਿਉਂ ਨਾ ਜਾਵੇ ਆਪਣੇ ਮਾਲਕ ਤੋਂ, ਕਿਉਂ ਨਾ ਜਾਵੇ? ਕਿਉਂਕਿ ਜਿਹਨੇ ਜੀਵ ਪਿੰਡ ਸਭ ਸਾਜਿਆ, ਕਿਉਂ ਨਾ ਜਾਈਏ? ਇਹ ਅਸਲ ਵਿੱਚ ਅਰਦਾਸ ਹੈ, ਇਹ ਅਸਲ ਸ਼ਬਦਾਵਲੀ ਹੈ, ਇਹ ਅਸਲ ਵਿੱਚ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਨਦਰ ਹੈ। ਇਹ ਸਿੱਖ ਦੇ ਜੀਵਨ ਦਾ ਸਿਖਰ ਹੈ। ਜਦੋਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਵਿੱਚੋਂ ਉਦੋਂ ਨਿਕਲੇਗੀ ਜਦੋਂ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ ਵਾਲੀ ਗੱਲ ਸਾਡੇ ਅੰਦਰ ਆ ਜਾਏਗੀ। ਜਦੋਂ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਪਰਮਤ ਨਾਨਕ ਤਾਰੇ ਸੋਏ ਦੀ ਗੱਲ ਅਸੀਂ ਕਰਾਂਗੇ। ਜੇ ਸਵੱਧ ਦਾ ਭਲਾ ਮੰਗਣਾ ਤਾਂ ਇਸ ਅਵਸਥਾ ਦਾ ਧਾਰਨੀ ਹੋ। ਜਦੋਂ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਇਸ ਤੋਂ ਬਾਅਦ ਸਾਡੇ ਜ਼ਿੰਦਗੀ 'ਚ ਕੁਝ ਵੀ ਬਾਕੀ ਨਹੀਂ ਬਚਦਾ। ਸਭ ਦੀ ਜ਼ਿੰਦਗੀ ਵਿੱਚ ਸ਼ੁਕਰਾਨਾ ਹੀ ਸ਼ੁਕਰਾਨਾ ਹੈ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਇਹ ਉਸ ਵਾਂਗੂ ਭਾਣਾ ਮਨ, ਜਿਹੜੀ ਗੱਲ ਮੈਂ ਕਵਿਤਾ ਦੀਆਂ ਲਾਈਨਾਂ ਜ਼ਰੂਰ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਭਾਣਾ ਮੰਨਣ ਦੀ ਗੱਲ ਤੈਨੂੰ ਕਲਗੀਧਰ ਪਾਤਸ਼ਾਹ ਨੇ ਵੀ ਸਿਖਾਈ ਹੈ। ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਸਿਖਾਈ ਹੈ। ਭਾਣਾ ਮੰਨਣ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਵਿੱਚ ਵੀ ਸਿਖਾਈ ਹੈ। ਭਾਣਾ ਮੰਨਣ ਦੀ ਗੱਲ ਤੈਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਉਹਨਾਂ ਨੇ ਵੀ ਸਿਖਾਈ ਹੈ। ਭਾਣਾ ਮੰਨਣ ਦੀ ਗੱਲ ਚਮਕੌਰ ਦੇ ਮੈਦਾਨ ਦੇ ਸਿੰਘਾਂ ਨੇ ਸਿਖਾਈ ਹੈ। ਭਾਣਾ ਮੰਨਣ ਦੀ ਗੱਲ ਤੈਨੂੰ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਜੀ ਨੇ ਸਿਖਾਈ ਹੈ। ਤੇ ਜਦੋਂ ਰਾਏ ਕੱਲੇ ਕੋਲ ਕਲਗੀਧਰ ਪਾਤਸ਼ਾਹ ਪਹੁੰਚਦੇ ਨੇ ਤੇ ਮਾਹੀ ਨੂੰ ਭੇਜਿਆ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲਿਆਉਣ ਲਈ, ਤੇ ਛੋਟੇ ਸਾਹਿਬਜ਼ਾਦੇ ਮਾਹੀ ਖਬਰ ਲੈ ਕੇ ਆਉਂਦਾ, ਸਾਹਿਬਜ਼ਾਦੇ ਲਾਲ ਸ਼ਹੀਦ ਹੋ ਗਏ। ਭਾਈ ਮਾਨ ਸਿੰਘ ਵਰਗੇ, ਧਰਮ ਸਿੰਘ ਵਰਗੇ ਭਾਈ ਪਿਆਰੇ, ਭਾਈ ਦਇਆ ਸਿੰਘ ਪਿਆਰਿਆਂ ਵਿੱਚੋਂ ਚੁੱਪ ਕਰਕੇ ਕਲਗੀਧਰ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਨੇ ਤੇ ਕਲਗੀਧਰ ਬੜੇ ਗੰਭੀਰ ਮੁਦਰਾ ਵਿੱਚ ਨੇ, ਸ਼ੁਕਰ ਵਿੱਚ ਜੁੜੇ ਹੋਏ। ਸਿੱਖਾਂ ਨੇ ਕਿਹਾ, ਸ਼ਹਿਨਸ਼ਾਹ ਤੇਰਾ ਕਰਜ਼ ਅਸੀਂ ਕਦੀ ਉਤਾਰ ਨਹੀਂ ਸਕਦੇ। ਉੱਥੇ ਕਵੀ ਨੇ ਕਿਹਾ ਕਮਾਲ ਦੇ ਬੋਲ ਲਿਖੇ ਜਿਹੜੇ ਅਸੀਂ ਆਮ ਸੁਣਦੇ ਹਾਂ। ਕਹਿੰਦੇ ਨੇ, ਢਿੰਡੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੰਘੋ ਮੈਨੂੰ ਸ਼ਹਿਨਸ਼ਾਹ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ ਮੈਂ। ਇਹ ਹੈ ਭਾਣਾ ਮੰਨਣ ਦਾ ਸਿਖਰ। ਇਹ ਹੈ ਆਪਣੇ ਆਪ ਨੂੰ ਮਾਨ ਹੁੰਦੇ ਹੋਏ ਨਿਮਾਣਾ ਦੀ ਗੱਲ। ਇਹ ਹੈ ਅਸਲ ਵਿੱਚ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਗੱਲ।
ਉਹ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਾਰਾ ਪੰਥ ਸੰਪੂਰਨ ਕਰਕੇ ਸਿੱਖ ਨੂੰ ਗੁਰੂ ਗ੍ਰੰਥ ਦੇ ਲੜ ਲਾ ਦਿੱਤਾ। ਉਹਨੇ ਕਿਹਾ ਕਿ ਜ਼ਿੰਦਗੀ ਦਾ ਹਰ ਪਲ ਤੇਰਾ ਇਸ ਗੁਰੂ ਗ੍ਰੰਥ ਦੇ ਹੁਕਮ ਵਿੱਚ ਚੱਲੇਗਾ। ਇਸ ਗੁਰੂ ਗ੍ਰੰਥ ਵਿੱਚੋਂ ਨਾਮ ਮਿਲਦਾ ਹੈ, ਇਸ ਗੁਰੂ ਗ੍ਰੰਥ ਵਿੱਚੋਂ ਪ੍ਰੇਮ ਮਿਲਦਾ ਹੈ, ਇਸ ਗੁਰੂ ਗ੍ਰੰਥ ਵਿੱਚੋਂ ਜੀਵਨ ਦਾ ਸਿਖਰ ਮਿਲਦਾ ਹੈ, ਇਸ ਸ਼ਬਦ ਵਿੱਚੋਂ ਸਾਨੂੰ ਖੇੜਾ ਮਿਲਦਾ ਹੈ, ਇਸ ਸ਼ਬਦ ਵਿੱਚੋਂ ਸਾਨੂੰ ਖੁਸ਼ੀ ਮਿਲਦੀ ਹੈ, ਇਸ ਸ਼ਬਦ ਵਿੱਚੋਂ ਸਾਨੂੰ ਆਨੰਦ ਮਿਲਦਾ ਹੈ। ਇਹ ਸ਼ਬਦ ਹੈ ਹੀ ਖੇੜਾ, ਆਨੰਦ, ਰੂਪ, ਮਿਲਾਪ, ਉਸ ਦਾ ਖੁਸ਼ਬੂ ਜਿਹੜੀ ਸਾਡੇ ਜੀਵਨ ਵਿੱਚ ਆਉਂਦੀ ਹੈ। ਇੱਥੇ ਤੱਕ ਇਹ ਅਰਦਾਸ ਦੀ ਜਿਹੜੀ ਆਖਰੀ ਸ਼ਬਦਾਵਲੀ ਹੈ ਉਹਦੇ ਵਿੱਚੋਂ ਇੰਨਾ ਕਿ ਸਾਨੂੰ ਸਿੱਖਣ ਨੂੰ ਮਿਲਦਾ ਹੈ। ਫਿਰ ਮੈਂ ਬੇਨਤੀ ਕਰਾਂ, ਨਾਮ ਦੇ ਵਿੱਚੋਂ ਚੜ੍ਹਦੀ ਕਲਾ ਦੇ ਵਿੱਚ ਭਾਣੇ, ਉਦੋਂ ਜਦੋਂ ਭਾਣਾ ਵਿੱਚ ਸਿੱਖ ਲਿਆ, ਤੇ ਜਦੋਂ ਭਾਣਾ ਵਿੱਚ ਸਿੱਖ ਲਿਆ, ਤੁਰਨਾ ਸਿੱਖ ਲਿਆ, ਤੇ ਫਿਰ ਸਰਬੱਤ ਦੇ ਭਲੇ ਦੀ ਸੋਚ ਅੰਦਰ ਉਜਾਗਰ ਆਪਣੇ ਆਪ ਹੋ ਜਾਂਦੀ ਹੈ। ਫਿਰ ਸਾਨੂੰ ਕਹਿਣ ਦੀਆਂ ਗੱਲਾਂ ਨਹੀਂ ਤੇ ਸੁਣਨ ਦੀਆਂ ਗੱਲਾਂ ਨਹੀਂ। ਤੇ ਜਦੋਂ ਭਾਣਾ ਮੰਨਣ ਦੀ ਜਾਚ ਆ ਜਾਏ, ਭੈਣਾ ਮੰਨਣਾ ਸਿੱਖ ਲਈਏ, ਪਰਉਪਕਾਰੀ ਸਰਬੱਤ ਦਾ ਭਲਾ ਲੋਚਣ ਦੀ ਗੱਲ ਆ ਗਈ, ਫਿਰ ਅਸੀਂ ਸਰਬੱਤ ਦਾ ਭਲਾ ਮੰਗ ਕੇ ਇੱਥੇ ਕਹਿ ਦਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੋਂ ਸਾਡੀ ਅਰਦਾਸ ਦੀ ਜਿਹੜੀ ਹੈ ਉਹ ਸੰਪੂਰਨਤਾ ਹੋ ਜਾਂਦੀ ਹੈ। ਤਾਂ ਸਾਰੀ ਅਰਦਾਸ ਵਿੱਚ ਜਿੰਨੀ ਆਪਾਂ ਵਿਚਾਰ ਕੀਤੀ, ਜਿੱਥੋਂ ਤੱਕ ਮੈਨੂੰ ਯਾਦ ਹੈ, ਅਸੀਂ ਪੰਜਾਂ ਪਿਆਰਿਆਂ ਤੋਂ ਇਹ ਅਰਦਾਸ ਦੀ ਸ਼ਬਦਾਵਲੀ ਦੀ ਵਿਚਾਰ ਸ਼ੁਰੂ ਕੀਤੀ ਸੀ। ਤੇ ਇੰਨੀ ਲੰਬੀ ਵਿਚਾਰ ਅਸੀਂ ਇੱਕ ਇੱਕ ਅੱਖਰ ਨੂੰ ਜਿੰਨਾ ਅਕਾਲ ਪੁਰਖ ਵਾਹਿਗੁਰੂ ਨੇ ਵਿਚਾਰ ਬਖਸ਼ਿਸ਼ ਕੀਤੇ, ਉਹ ਆਪ ਜੀ ਦੇ ਨਾਲ ਸਾਂਝੇ ਕੀਤੇ। ਬਸ ਪਰ ਇੰਨੀ ਖਿਆਲ ਕਰਨਾ ਕਿ ਜਦੋਂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਜਦੋਂ ਦੀ ਗੱਲ ਆਉਂਦੀ ਹੈ ਤੇ ਜ਼ਰਾ ਥੋੜਾ ਜਿਹਾ ਦੇਖੋ। ਪਹਿਲਾਂ ਅਸੀਂ ਅਰਦਾਸ ਜਿਹੜੀ ਅੱਜ ਪੰਥ ਦੀ ਪ੍ਰਵਾਨ ਦੀ ਅਰਦਾਸ ਹੈ, ਵੀ ਉਹ ਹੈ ਵੀ ਸਭ ਤੋਂ ਪਹਿਲਾਂ ਅਕਾਲ ਨੂੰ ਚੇਤੇ ਕਰਨਾ, ਗੁਰੂ ਨਾਨਕ ਪਾਤਸ਼ਾਹ ਨੂੰ, ਦਸੇ ਗੁਰੂ ਸਾਹਿਬਾਨ ਦੀ ਯਾਦ ਲੈ ਕੇ ਆਪਣੇ ਦਿਮਾਗ ਵਿੱਚ ਆਉਣੀ। ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਦਸਾਂ ਗੁਰੂਆਂ ਦੀ ਆਤਮਿਕ ਜੋਤ ਹਨ, ਉਹਨਾਂ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਤੇ ਫਿਰ ਸਾਡਾ ਇਤਿਹਾਸ ਸ਼ੁਰੂ ਹੁੰਦਾ ਹੈ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਵਾਲਾ। ਅੱਗੋਂ ਅਸੀਂ ਕਹਿੰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਦੀਆਂ ਨੇ ਧਰਮੇ ਸੀਸ ਦਿੱਤੇ। ਇਹ ਕਦੀ ਭਾਈ ਮਨੀ ਸਿੰਘ ਜੀ ਅਰਦਾਸ ਕਰਦਿਆਂ ਚੇਤੇ ਨਹੀਂ ਆਇਆ ਕਿ ਕਦੀ ਸਾਨੂੰ ਜੇ ਅੱਖਾਂ ਦੇ ਸਾਹਮਣੇ ਉਹ ਸਿੰਘਾਂ ਦੇ ਚਿਹਰੇ ਨਹੀਂ ਘੁੰਮਦੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਕਦੀ ਜੇ ਚੇਤੇ ਨਹੀਂ ਆਇਆ ਤੇ ਖਿਆਲ ਕਰੀ ਭਾਈ ਮਨੀ ਸਿੰਘ ਨੂੰ ਚੇਤੇ ਕਰਕੇ ਬੰਦ ਕਟਾਉਣ ਦੀ ਜਦੋਂ ਗੱਲ ਕਰੇ ਤਾਂ ਇੱਕ ਗੱਲ ਯਾਦ ਕਰੀ, ਰੱਬ ਨੇ ਤੈਨੂੰ ਸਾਰੇ ਸੁੱਖ ਦਿੱਤੇ ਹੈ ਤੇ ਸੁੱਖ ਲੈ ਕੇ ਤੂੰ ਬੰਦ ਬਚਾ ਕੇ ਵੀ ਗੁਰੂ ਦਾ ਜੇ ਨਹੀਂ ਬਣਦਾ, ਉਹ ਬੰਦ ਕਟਾ ਕੇ ਵੀ ਗੁਰੂ ਦਾ ਬਣਿਆ ਸੀ। ਇਹ ਗੱਲ ਖਿਆਲ ਹੈ ਕਿ ਕਿੰਨਾ ਕਮਾਲ ਦੀ ਗੱਲ ਹੈ। ਭਾਈ ਤੂੰ ਆਪਣੇ ਬਚਾ ਕੇ ਗੁਰੂ ਦਾ ਨਹੀਂ ਬਣਿਆ, ਪਰ ਭਾਈ ਮਨੀ ਸਿੰਘ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹ ਤਾਂ ਬੰਦ ਕਟਾ ਕੇ ਗੁਰੂ ਦਾ ਬਣ ਗਿਆ ਸੀ। ਖੁੱਪੜੀਆਂ ਲੁਹਾ ਕੇ ਗੁਰੂ ਦੇ ਬਣੇ, ਚਰਖੜੀਆਂ ਤੇ ਚੜ੍ਹ ਕੇ ਗੁਰੂ ਦੇ ਬਣ ਗਏ, ਗੁਰੂ ਨਾਲ ਨਿਭਾ ਗਏ। ਉਹਨਾਂ ਦੀ ਯਾਰੀ ਸੀ, ਉਹਦੀ ਮੁਹੱਬਤ ਸੀ ਆਪਣੇ ਗੁਰੂ ਦੇ ਨਾਲ। ਫਿਰ ਉਹਨੂੰ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹ ਗੁਰਦੁਆਰਾ ਭਾਵੇਂ ਨਨਕਾਣਾ ਸਾਹਿਬ ਦਾ ਹੋਵੇ ਤੇ ਭਾਵੇਂ ਗੰਗਸਰ ਜੈਤੋ ਦਾ ਹੋਵੇ, ਭਾਵੇਂ ਗੁਰੂ ਕਾ ਬਾਗ ਹੋਵੇ ਤੇ ਭਾਵੇਂ ਗੁਰੂ ਕਾ ਸਿਆਲਕੋਟ ਦਾ ਗੁਰਦੁਆਰਾ ਹੋਵੇ, ਸ਼ਹੀਦਗੰਜ ਦਾ ਗੁਰਦੁਆਰਾ ਹੋਵੇ, ਪੌਂਟਾ ਸਾਹਿਬ ਦਾ ਗੁਰਦੁਆਰਾ ਹੋਵੇ, ਅੱਜ ਤੱਕ ਵੀ ਭਾਵੇਂ ਦਰਬਾਰ ਸਾਹਿਬ ਦਾ 84 ਦਾ ਘੱਲੂਘਾਰਾ ਹੋਵੇ, ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਹਨ। ਉਹਨਾਂ ਨੂੰ ਅਰਦਾਸ ਵਿੱਚ ਅਸੀਂ ਯਾਦ ਕਰਦੇ ਹਾਂ। ਫਿਰ ਅਸੀਂ ਕਹਿੰਦੇ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਧਰਮ ਨਹੀਂ ਸੀ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਸੀ। ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਇਸ ਤੋਂ ਬਾਅਦ ਅਸੀਂ ਫਿਰ ਪੰਜਾਂ ਤਖਤਾਂ ਵਾਲੇ ਪਾਸੇ ਆ ਜਾਂਦੇ ਹਾਂ। ਤਖਤ ਸਾਡੀ ਜਿੰਦ ਜਾਨ ਹਨ। ਤਾਂ ਉਹ ਤਖਤਾਂ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਦੀ ਗੱਲ ਕਰਦੇ ਹਾਂ। ਫਿਰ ਅਸੀਂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਦੀ ਗੱਲ ਕਰਦੇ ਹਾਂ। ਤਾਂ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਇਹ ਲਫ਼ਜ਼ ਸਾਡੇ ਬੋਲਣ ਦੇ ਨਹੀਂ, ਅਰਦਾਸੀਆ ਸਿੰਘ ਕਹਿੰਦਾ ਹੈ, ਗੁਰੂ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ, ਇਹ ਸੱਚੇ ਪਾਤਸ਼ਾਹ ਇਹ ਸਰਬੱਤ ਖਾਲਸੇ ਨੂੰ ਵਾਹਿਗੁਰੂ ਦੀ ਯਾਦ ਆ ਜਾਏ, ਉਹਨਾਂ ਦੇ ਚਿੱਤ ਵਿੱਚ ਵਾਹਿਗੁਰੂ ਆ ਜਾਏ। ਕਿਉਂ? ਚਿੱਤ ਉਨਕਾ ਸਦਕਾ ਸਰਬ ਸੁਖ ਹੋਵੇ। ਜਦੋਂ ਚਿੱਤ ਵਿੱਚ ਵਾਹਿਗੁਰੂ ਹੋਏਗਾ ਫਿਰ ਸਦੀਵ ਸੁੱਖ ਦੀ ਪ੍ਰਾਪਤੀ ਹੋਏਗੀ। ਇਕੱਲਾ ਸੁੱਖ ਨਹੀਂ ਦਾਤਾ, ਜਿੱਥੇ ਤੇਰਾ ਖਾਲਸਾ ਹੈ ਉੱਥੇ ਤੂੰ ਰੱਖਿਆ ਵੀ ਕਰੀ। ਫਿਰ ਅੱਗੇ ਵੀ ਗੱਲ ਕੀਤੀ ਵੀ ਇਕੱਲੇ ਸੁੱਖ ਹੀ ਨਹੀਂ ਮੰਗੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਦਾ ਰਚਿਆ ਰਹਿਤ। ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਇੱਕ ਮਨਚਿਤ ਹੋ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਕੀ ਮੰਗਿਆ? ਫਿਰ ਅਸੀਂ ਮੰਗਿਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ,
ਭਰੋਸਾ ਦਾਨ, ਦਾਦਾ ਸਿਰਦਾਰ, ਨਾਮਦਾਨ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗਾ ਜੁਗਾ ਢਾਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਇਹ ਮੰਗਿਆ, ਸਿੱਖੀ ਦਾਲ ਮੰਗੀ। ਸਭ ਤੋਂ ਵੱਡੀ ਚੀਜ਼ ਸੀ ਸਿੱਖੀ ਮੰਗੀ। ਸਿੱਖੀ ਵਿੱਚ ਕੇਸਾਂ ਤੋਂ ਬਿਨਾਂ ਸਿੱਖੀ ਕੋਈ ਨਹੀਂ। ਸਿੱਖੀ ਦਾਨ, ਕੇਸ ਦਾਨ, ਰਹਿਤ ਮੰਗੀ। ਰਹਿਤ ਤੋਂ ਬਿਨਾਂ ਕੋਈ ਸਿੱਖੀ ਨਹੀਂ। ਜੀਵਨ ਮਰਿਆਦਾ ਵਿੱਚ ਲਿਆਉਣ ਦੀ ਗੱਲ ਕੀਤੀ ਗਈ। ਬਿਨਾਂ ਬੇਪ੍ਰਤੀਤਾ, ਬੇਮਰਿਆਦਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਜਿਹੜਾ ਜੀਵਨ ਇੱਕ ਮਰਿਆਦਾ 'ਚ ਹੀ ਨਹੀਂ ਚੱਲਣਾ ਸਿੱਖਿਆ, ਉਹ ਜੀਵਨ ਕਾਹਦਾ ਹੈ? ਆ ਮੁਹਾਰੇ ਹੋ ਕੇ ਜੀਵਨ ਨਹੀਂ ਜਿਉਂਦਾ। ਮਰਿਆਦਾ ਦਾ ਵਾਲਾ ਜੀਵਨ ਹੀ ਗੁਰੂ ਦਾ ਹੋ ਕੇ ਜੀਵਨ ਜਿਉਂਦਾ ਹੈ। ਉੱਥੇ ਰਹਿਤ ਦੀ ਮੰਗ ਕੀਤੀ ਗਈ, ਰੱਛਿਆ ਰਹਿਤ ਦੀ ਮੰਗ ਕੀਤੀ ਗਈ। ਫਿਰ ਦਾਨਾ ਸਿਰ ਦਾ ਨਾਮ ਦਾਨ ਮੰਗਿਆ। ਸਭ ਤੋਂ ਵੱਡਾ ਦਾਨ ਸੀ ਨਾਮ ਦਾਨ ਦਾ, ਜਿਹੜਾ ਮੰਗਿਆ ਗੁਰੂ ਕੋਲੋਂ ਮੰਗਿਆ। ਅਖੀਰ ਤੇ ਅਸੀਂ ਕਹਿੰਦੇ ਹਾਂ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ। ਫਿਰ ਅਸੀਂ ਬੇਨਤੀ ਕਰਦੇ ਹਾਂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ ਖੁੱਲੇ ਦਰਸ਼ਨਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣੇ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਜਿਹੜੀ ਅਰਦਾਸ ਕਰਨੀ ਹੁੰਦੀ ਹੈ ਉਹਦੀ ਸ਼ਬਦਾਵਲੀ ਵਰਤਦੇ ਹਾਂ। ਫਿਰ ਜਿਹੜੇ ਵਿੱਚ ਜੋ ਸਾਡੇ ਸ਼ਬਦਾਵਲੀ ਦੇ ਲਫ਼ਜ਼ ਹਨ ਉਹਦੇ ਅਸੀਂ ਵਰਤ ਕੇ ਫਿਰ ਕਹਿੰਦੇ ਅੱਖਰ ਵਾਧਾ ਘਾਟਾ, ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ। ਫਿਰ ਕਰਦੇ ਹਾਂ ਅਸੀਂ ਕਹਿੰਦੇ ਇੱਕ ਗੱਲ ਅਰਦਾਸ ਕਰਦੇ ਹਾਂ, ਇਹ ਸ਼ਬਦ ਕਦੀ ਨਹੀਂ ਭੁੱਲਣਾ। ਕਿਸੇ ਦੀ ਵੀ ਅਰਦਾਸ ਕਰੀਏ ਇਹ ਜ਼ਰੂਰ ਕਹਿ, ਦਾਤਾ ਗੁਰਮਤਿ ਅਨੁਸਾਰ ਮਨੋਕਾਮਨਾ ਨੂੰ, ਭਾਵਨਾਵਾਂ ਨੂੰ ਗੁਰਮਤਿ ਅਨੁਸਾਰ ਤੇਰੀ ਮਤ ਅਨੁਸਾਰ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਜਾਏ। ਗੁਰਮਤਿ ਅਨੁਸਾਰ ਸਾਰਿਆਂ ਦੇ ਕਾਰਜ ਰਾਸ ਕਰੀ। ਅਸੀਂ ਦੇਖੋ ਜਿਹੜੀ ਚੀਜ਼ ਅਸੀਂ ਹਰ ਵੇਲੇ, ਹਰ ਕੰਮ ਦੇ ਵੇਲੇ ਅਸੀਂ ਅਰਦਾਸ ਕਰਦੇ ਹਾਂ ਤੇ ਹਰ ਕੱਲ ਦੇ ਵੇਲੇ ਸਾਡਾ ਸ਼ੁਕਰਾਨੇ ਵਿੱਚ ਨਿਕਲਦਾ ਹੈ, ਤੇ ਇਹ ਅਖੀਰ ਤੇ ਜਾ ਕੇ ਸਾਡੀ ਜਿਹੜੀ ਚੀਜ਼ ਅਸੀਂ ਮੰਗੀ ਉਹ ਅਸੀਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਲਗੀ ਇਹ ਸਮਾਂ ਸੀ ਜਦੋਂ ਸਾਨੂੰ ਅਰਦਾਸ ਦੇ ਵਿੱਚੋਂ ਆਪਣੀ ਇਤਿਹਾਸ, ਆਪਣੇ ਗੁਰੂਆਂ ਦੀ ਯਾਦ, ਆਪਣੇ ਪਿਆਰਿਆਂ ਦੀ ਯਾਦ, ਤੇ ਅਖੀਰ ਤੇ ਜਾ ਕੇ ਜੋ ਅਰਦਾਸ ਦੀ ਸਮਾਪਤੀ ਹੋਈ ਉਹ ਸੀ ਨਾਮ ਦੀ ਮੰਗ, ਚੜ੍ਹਦੀ ਕਲਾ ਦੀ ਮੰਗ, ਭਾਣੇ ਵਿੱਚ ਰਹਿਣ ਦੀ ਜਾਚ, ਸਰਬੱਤ ਦਾ ਭਲਾ ਮੰਗਣ ਦੀ ਜਾਚ। ਇਹ ਜਿਹੜੀ ਅਸੀਂ ਉਸ ਪਰਮ ਪਿਤਾ ਪਰਮੇਸ਼ਰ ਦੇ ਕੋਲੋਂ ਮੰਗਦੇ ਹਾਂ। ਗੁਰੂ ਕਿਰਪਾ ਕਰੇ ਅਸੀਂ ਵੀ ਇਸ ਬਾਣੀ ਦੇ ਧਾਰਨੀ ਹੋ ਜਾਈਏ, ਅਰਦਾਸ ਦੀ ਸ਼ਬਦਾਵਲੀ ਨੂੰ ਸਮਝੀਏ, ਤੇ ਜਦੋਂ ਅਰਦਾਸ ਕਰੀਏ ਸਾਡਾ ਇੱਕ ਇੱਕ ਬੋਲ ਬੋਲਦਿਆਂ ਉਹਦੀ ਯਾਦ ਸਾਡੇ ਅੰਦਰ ਘੁੰਮਣੀ ਸ਼ੁਰੂ ਹੋ ਜਾਏ, ਫਿਰ ਅਰਦਾਸ 'ਚ ਮਨ ਟਿਕ ਜਾਂਦਾ ਹੈ। ਮੈਂ ਆਪਣੀ ਜ਼ਿੰਦਗੀ ਦਾ ਨਿੱਜੀ ਤਜਰਬਾ ਗੱਲ ਕਰ ਰਿਹਾ ਵੀ ਜਦੋਂ ਮੈਂ ਇਸ ਇਤਿਹਾਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਦੁਹਰਾਉਂਦਾ ਤਾਂ ਕਦੀ ਮਨ ਇੱਧਰ ਉੱਧਰ ਨਹੀਂ ਜਾਂਦਾ। ਪਹਿਲਾਂ ਸੋਚੀਦਾ ਸੀ ਅਰਦਾਸ ਇੱਕ ਮਨ ਨਾਲ ਕਿਵੇਂ ਕਰਾਂਗੇ, ਕਿਸ ਤਰ੍ਹਾਂ ਹੋਏਗੀ, ਪਰ ਜਦੋਂ ਇਹ ਪੰਜਾਂ ਪਿਆਰਿਆਂ ਤੋਂ ਸ਼ੁਰੂ ਕਰਕੇ ਇਤਿਹਾਸ ਘੁੰਮਦਾ ਹੈ, ਉਹਨਾਂ ਦੇ ਨਜ਼ਾਰੇ ਦੇਖਦਾ ਹਾਂ ਤਾਂ ਸੱਚਮੁੱਚ ਮਨ ਉਹਨਾਂ ਦੀ ਯਾਦ ਵਿੱਚ ਹੀ ਜੁੜਦਾ, ਫਿਰ ਇੱਧਰ ਉੱਧਰ ਨਹੀਂ ਭਟਕਦਾ। ਗੁਰੂ ਕਿਰਪਾ ਕਰੇ ਸਾਨੂੰ ਉਸ ਮਾਲਕ ਦੇ ਅੱਗੇ ਅਰਦਾਸ ਕਰਨ ਦੀ ਜਾਚ ਆ ਜਾਏ, ਤੇ ਅਸੀਂ ਇਹੋ ਹੀ ਗੱਲ ਕਹੀਏ, ਤੁਧ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਹੋ ਨਾ ਜਾਣੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿਆਰ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ